ਸਾਡੀ ਇੱਕ ਗਾਂ ਘਰ ਦੇ 1 ਏਕੜ ਦੀ ਕਮਾਈ ਦਿੰਦੀ ਹੈ ਜੀ। ਐਚਐਫ ਬਿਨਾਂ ਗੁਜ਼ਾਰਾ ਕੋਈ ਨਹੀਂ। ਦੇਸੀ ਗਾਂ ਮੈਂ ਡਿਬੇਟ ਤਾਂ ਕਰਾਓ, ਜਿਹੜੇ ਤੁਹਾਨੂੰ ਰੱਖਣ ਨੂੰ ਕਹਿੰਦੇ ਉਹਨਾਂ ਨਾਲ ਗੱਲ ਕਰਾਓ। ਜਿਹੜਾ ਫਾਰਮ ਦੇਸੀ ਗਾਂ ਦਾ ਬਣੂਗਾ 1.5 ਸਾਲ ਤੋਂ ਵੱਧ ਨਹੀਂ ਚੱਲ ਸਕਦਾ। A to A1 ਦਾ ਐਵੇਂ ਰੌਲਾ ਪਾਇਆ ਹੋਇਆ ਜੀ। ਦੇਸੀ ਗਾਂ ਦਿੰਦੀ ਹੈ ਜੀ 305 ਦਾ 1500 ਲੀਟਰ ਦੁੱਧ, 1300 ਲੀਟਰ ਦੁੱਧ। ਸਾਡੀ ਗਾਂ ਦਿੰਦੀ ਆ ਜਿਹੜੀ ਵਧੀਆ ਗਾਂ ਆ 10,000 ਤੋਂ 12,000 ਲੀਟਰ ਦੁੱਧ। ਇੰਨਾ ਫਰਕ ਕਿਉਂ? ਉਹੀ ਘਿਓ ਉਹੀ 5 ਗੁਣਾ ਰੇਟ ਦੇ ਵਿੱਚ ਵੇਚ ਦਿੰਦੇ। ਦੇਸੀ ਗਾਂ ਤੋਂ ਘਿਓ ਕਿੱਥੋਂ ਹੋਣਾ? ਦੁੱਧ ਹੀ ਨਹੀਂ ਹੁੰਦਾ ਜੀ। ਲਿਖਤਾ ਜੀ ਜਿਹੜੀ ਐਚਐਫ ਗਾਂ ਨੂੰ ਦੁੱਧ ਪੀਣੇ ਨਾਲ ਕੈਂਸਰ ਫਲਾਨਾ ਬਿਮਾਰੀਆਂ ਹੁੰਦੀਆਂ। ਬਟ ਆਪਣੇ ਡਾਕਟਰ ਸੀਗੇ ਇੱਥੇ ਵੈਟਰਨਰੀ ਯੂਨੀਵਰਸਿਟੀ ਦਾ। ਮੈਂ ਕਿਹਾ ਵੀ ਤਾਂ 5 ਕਰੋੜ ਦਾ ਦਾਵਾ ਠੋਕਣ ਲੱਗਿਆ। ਮੈਂ ਮਿਹਨਤਾਂ ਕੀਤੀਆਂ ਜੀ, ਗੋਡੇ ਫੜਨ ਤੱਕ ਗਿਆ ਮੇਰੇ। ਉਹ ਮੇਰੀ ਸੀਐਮ ਸਾਹਿਬ ਸਾਹਮਣੇ ਬਹੁਤ ਲੜਾਈ ਹੋਈ। ਮੈਂ ਬਾਦਲ ਸਾਹਿਬ ਸਾਹਮਣੇ ਵੀ ਲੜ ਪੈਂਦਾ। ਮੈਂ ਇਮੋਸ਼ਨਲ ਬੰਦਾ, ਠੀਕ ਹੈ ਜੀ। ਮੈਂ ਲੜ ਪੈਂਦਾ ਸੀ। ਮੈਨੂੰ ਤਾਂ ਕਈ ਵਾਰ ਐਂ ਵੀ ਬਾਦਲ ਸਾਹਿਬ ਕਾਕਾ ਕੀ ਖਾ ਕੇ ਆਇਆ, ਮੈਨੂੰ ਮਤਲਬ ਐਂ ਲੜਾਈ ਵੀ ਹੋ ਜਾਂਦੀ। ਜੱਤਵਾਲ ਤੋਂ ਅੱਜ ਇੱਕ ਮੁੰਡਾ ਛੋਟਾ 17 ਸਾਲ ਦਾ ਬੱਚਾ ਹੈ, ਕਹਿੰਦਾ ਮੈਂ ਬਾਹਰ ਨਹੀਂ ਜਾਣਾ, ਮੈਂ ਤਾਂ ਇੱਥੇ ਫਾਰਮ ਕਰ। ਦਿੱਲੀ ਦਾ ਇੱਕ ਮੋਰਚਾ ਫਤਿਹ ਹੋਇਆ, ਕਿਸਾਨੀ ਜਿੱਤੀ ਹੈ, ਕਾਨੂੰਨ ਰੱਦ ਹੋਏ। ਪਰ ਕੀ ਇਸ ਤੋਂ ਬਾਅਦ ਕਿਸਾਨੀ ਸੰਕਟ ਹੱਲ ਹੁੰਦਾ? ਕੀ ਕਿਸਾਨ ਦੀ ਆਮਦਨ 'ਚ ਵਾਧਾ ਹੋ ਜਾਊਗਾ? ਕੀ ਕਿਸਾਨ 'ਤੇ ਜਿਹੜਾ ਡਿਵਰਸੀਫਿਕੇਸ਼ਨ ਦਾ ਕ੍ਰਾਈਸਿਸ ਹੈ ਉਹਦੇ 'ਚੋਂ ਬਾਹਰ ਨਿਕਲਿਆ ਜਾ ਸਕਦਾ? ਪੰਜਾਬ ਦੀਆਂ ਕ੍ਰੌਪਸ ਕਿਹੜੀਆਂ ਅਸਲ 'ਚ ਤੇ ਅਸੀਂ ਕਿੱਥੇ ਲਿਜਾ ਰਹੇ ਹਾਂ? ਪਾਣੀ ਦੀ ਚਿੰਤਾ, ਇਹ ਸਾਰੇ ਇਸ਼ੂਜ਼ ਨੂੰ ਐਡਰੈਸ ਕਰਦਾ ਇੱਕ ਹੱਲ ਇਹ ਦੱਸਿਆ ਗਿਆ ਕਿ ਕਿਸਾਨ ਸਹਾਇਕ ਧੰਦਿਆਂ ਵੱਲ ਵਧੇ, ਸਹਾਇਕ ਧੰਦੇ ਉਹਦੀ ਆਮਦਨ ਵਧਾਉਣ। ਇਸ ਕਰਕੇ PDFA ਲਗਾਤਾਰ ਪੰਜਾਬ ਦੇ ਵਿੱਚ ਆਪਣੀਆਂ ਕੋਸ਼ਿਸ਼ਾਂ ਵੀ ਕਰ ਰਹੀ ਹੈ ਔਰ ਪੰਜਾਬੀਆਂ ਨੂੰ ਇਹ ਐਗਜ਼ਾਮਪਲ ਸੈੱਟ ਕਰਕੇ ਦੇ ਰਹੀ ਹੈ ਕਿ ਕਿਵੇਂ ਤੁਸੀਂ ਆਪਣੀ ਜ਼ਿੰਦਗੀ ਬਿਹਤਰ ਕਰ ਸਕਦੇ ਹੋ ਇਹਨਾਂ ਸਹਾਇਕ ਧੰਦਿਆਂ ਦੇ ਨਾਲ, ਡੇਅਰੀ ਫਾਰਮਿੰਗ ਖਾਸ ਤੌਰ 'ਤੇ। ਅੱਜ ਜਗਰਾਉਂ ਦੇ ਵਿੱਚ ਮੌਜੂਦ ਹਾਂ। ਬਹੁਤ ਕਮਾਲ ਦਾ 3 ਦਿਨ ਦਾ ਜਿਹੜਾ ਮੇਲਾ ਸੀਗਾ ਉਹ ਸਮਾਪਤ ਹੋਇਆ PDFA ਦਾ। ਪਰ ਜਿਹੜੀਆਂ ਬੁਨਿਆਦੀ ਗੱਲਾਂ ਨੇ ਉਹ ਐਡਰੈਸ ਕਰਨੀਆਂ ਬਹੁਤ ਲਾਜ਼ਮੀ ਹੈ। ਸੋ ਸਾਡੇ ਨਾਲ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਸਾਹਿਬ ਨੇ। ਬਹੁਤ ਬਹੁਤ ਸਵਾਗਤ ਹੈ ਜੀ। ਆਉਂਦੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਪ੍ਰਧਾਨ ਜੀ, ਜਿਹੜਾ ਮੇਰਾ ਤੁਸੀਂ ਪਹਿਲਾਂ ਤਾਂ ਬਹੁਤ ਵਧੀਆ ਸਕਸੈਸਫੁਲੀ ਇਹਨੂੰ ਇੱਕ ਹੋਰ ਸਾਲ ਪੂਰਾ ਕੀਤਾ, ਤੁਹਾਨੂੰ ਬਹੁਤ ਮੁਬਾਰਕਾਂ। ਕਿਵੇਂ ਦਾ ਰਿਹਾ ਜੀ ਇਸ ਵਾਰੀ ਰਿਸਪੌਂਸ? ਮੇਰੇ ਖਿਆਲ ਨਾਲ ਜੀ ਜਿੰਨੇ ਅੱਜ 15ਵਾਂ ਸਾਡਾ ਡੈਰੀ ਸ਼ੋਅ ਹੈ ਇਹ ਟੈਗਰੀ ਦਾ ਐਕਸਪੋ ਹੁੰਦਾ ਜੀ। ਅਤੇ ਪਿਛਲੇ ਜਿੰਨੇ ਵੀ ਸ਼ੋਅ ਆ ਉਹਦੇ ਨਾਲੋਂ ਇਸ ਵਾਰ ਜਾਂ ਇਹ ਲਾ ਲਓ ਕਿਸਾਨੀ ਅੰਦੋਲਨ ਜਿੱਤ ਕੇ ਆਏ ਆ। ਇੱਕ ਤਾਂ ਜਿੰਨੇ ਕਿਸਾਨ ਆਏ ਆ ਸਾਰੇ ਬੜੇ ਯੰਗ ਮੁੰਡੇ ਆਏ ਆ ਇਸ ਵਾਰ ਮੇਲੇ 'ਚ। ਅਸੀਂ ਸਾਡੇ ਮੂਹਰੇ ਟੀਮਾਂ ਬੈਠੀਆਂ ਹੁੰਦੀਆਂ, 40 ਸਾਲ ਤੋਂ ਘੱਟ ਵਾਲੇ ਮੁੰਡੇ ਬਹੁਤ ਆਏ ਔਰ ਉਹਨੇ ਇੰਟਰਸਟ ਬੜਾ ਦਿਖਾਇਆ। ਅਤੇ ਆਪਣੇ ਤਾਂ ਇਹ ਕਿਹਾ ਜਾਂਦਾ ਵੀ ਯੂਥ ਤਾਂ ਬਾਹਰ ਨੂੰ ਭੱਜ ਗਿਆ, ਯੂਥ ਦਾ ਇੰਟਰਸਟ ਨਹੀਂ ਰਹਿ ਗਿਆ, ਹੁਣ ਯੂਥ ਆਪ ਖੇਤੀ ਕਰਨਾ ਨਹੀਂ ਚਾਹੁੰਦਾ। ਤੁਸੀਂ ਕਹਿ ਰਹੇ ਹੋ ਕਿ 40 ਸਾਲ ਤੋਂ ਘੱਟ ਆਏ? ਨਹੀਂ, ਆਪਾਂ ਨੂੰ ਐਂ ਲੱਗਦਾ ਵੀ ਬਹੁਤ ਚਲਿਆ ਗਿਆ। ਅਤੇ ਬਹੁਤ ਯੂਥ ਇੱਥੇ ਵੀ ਹੈਗਾ ਜੀ। ਆਪਾਂ ਕਿਸਾਨੀ ਅੰਦੋਲਨ 'ਚ ਵੀ ਕਹਿੰਦੇ ਹੀ ਹੈ ਨਹੀਂ ਯੂਥ, ਅਤੇ ਯੂਥ ਨਹੀਂ ਤਾਂ ਉੱਥੇ ਮੋਰਚੇ ਤੋੜੇ ਆ ਨਹੀਂ। ਅਤੇ ਹੁਣ ਇੱਥੇ ਅਸੀਂ ਦੇਖਿਆ, ਮੈਂ ਬੱਚੇ ਆਏ ਜੀ 17-18 ਸਾਲ ਦੇ, ਉਹ ਕਹਿੰਦੇ ਜੀ ਸਾਡੇ ਕੋਲ 5 ਐਨੀਮਲ ਨੇ, 7 ਐਨੀਮਲ ਨੇ, ਅਸੀਂ ਵਧਾਉਣਾ ਚਾਹੁੰਦੇ ਹਾਂ। ਮੈਂ ਕਿਹਾ ਯਾਰ ਵੀ ਮੈਂ ਉਹਨਾਂ ਨੰਬਰ, ਮੈਂ ਕਿਹਾ ਤੁਸੀਂ ਯਾਰ ਜਦੋਂ ਵੀ ਸਮੱਸਿਆ ਕੋਈ ਜੱਤਵਾਲ ਤੋਂ ਅੱਜ ਇੱਕ ਮੁੰਡਾ ਛੋਟਾ 17 ਸਾਲ ਦਾ ਬੱਚਾ ਹੈ, ਕਹਿੰਦਾ ਮੈਂ ਬਾਹਰ ਨਹੀਂ ਜਾਣਾ, ਮੈਂ ਤਾਂ ਇੱਥੇ ਫਾਰਮ ਕਰਨਾ। ਮੈਨੂੰ ਮੈਂ ਕਿਹਾ ਤੈਨੂੰ ਯਾਰ ਦੱਸ ਕੀ ਮੁਸ਼ਕਿਲ, ਅਸੀਂ ਪੂਰੀ ਹੱਲ ਕਰਾਂਗੇ। ਕਿਉਂਕਿ ਸਾਡਾ ਜਿਹੜਾ ਇਹ ਸ਼ੋਅ ਆ ਜੀ, ਇੱਕ ਤਾਂ ਜੇ ਵੈਸੇ ਵੀ ਦੇਖੋਗੇ ਏਸ਼ੀਆ ਦਾ ਇਹ ਸਭ ਤੋਂ ਬੜਾ ਸ਼ੋਅ ਆ। ਇਹ ਹਿੰਦੁਸਤਾਨ ਦਾ ਤਾਂ ਹੈਗਾ ਡੇਅਰੀ ਦਾ ਅਤੇ ਨਾਲ ਖੇਤੀ ਦਾ। ਪਰ ਸਾਡੇ ਸ਼ੋਅ ਦੀ ਵਿਲੱਖਣਤਾ ਇਹ ਹੈ ਵੀ ਇਹ ਕਿਸਾਨਾਂ ਦੁਆਰਾ ਲਗਾਇਆ ਜਾਂਦਾ, ਕਿਸਾਨਾਂ ਲਈ ਲਗਾਇਆ ਜਾਂਦਾ। ਕੋਈ ਪਾਰਸ਼ੈਲਿਟੀ ਨਹੀਂ ਇੱਥੇ, ਕੋਈ ਵੀ ਇੱਕ ਪੈਸੇ ਦਾ ਵੀ ਇੱਥੇ ਕੋਈ ਕਿਸੇ ਨਾਲ ਧੱਕਾ ਨਹੀਂ ਹੁੰਦਾ, ਧੋਖਾ ਨਹੀਂ ਹੁੰਦਾ। ਉਹਦੇ ਲਈ ਅਸੀਂ ਕਿਸਾਨ ਹੀ, ਉਹਦੇ ਲਈ ਪੂਰੀ ਸੰਤੁਸ਼ਟੀ ਨਾਲ ਇਹ ਮੇਲਾ ਪਹਿਲਾ ਮੇਲਾ ਹੁੰਦਾ ਜਿੱਥੇ ਕੋਈ ਰੌਲਾ ਰੱਪਾ ਨਹੀਂ ਹੁੰਦਾ ਜੀ। ਅਤੇ ਇਹਦੇ ਵਿੱਚ ਜੋ ਫਾਰਮਰ ਚਾਹੁੰਦਾ ਉਸ ਮੁਤਾਬਕ ਕੀਤਾ ਜਾਂਦਾ। ਦੂਜਾ ਨੰਬਰ ਇਹ 'ਚ ਤੁਸੀਂ ਦੇਖੋ, ਸਭ ਤੋਂ ਪਹਿਲਾਂ ਟੈਕਨੋਲੋਜੀ, ਜਿਹੜੀ ਡੇਅਰੀ ਨਾਲ ਟੈਕਨੋਲੋਜੀ ਹਰ ਸਾਲ ਚੇਂਜ ਹੁੰਦੀ ਹੈ। ਉਹ ਮੇਲੇ ਦੇ ਵਿੱਚ ਉਹ ਹਰ ਸਾਲ ਨਵੀਂ ਆਉਂਦੀ ਹੈ। ਔਰ ਇੱਥੇ ਜਿਹੜੀ ਟੈਕਨੋਲੋਜੀ ਆ ਅੱਜ, ਚਾਹੇ ਉਹ ਅਮਰੀਕਾ 'ਚ ਆ ਚਾਹੇ ਇਜ਼ਰਾਈਲ 'ਚ ਆ, ਉਹ ਪੰਜਾਬ ਦੇ ਵਿੱਚ ਵੀ ਆ। ਪੰਜਾਬ ਅੱਜ ਡੇਅਰੀ ਸਟੇਟ ਆ ਹਿੰਦੁਸਤਾਨ ਦਾ। ਪੰਜਾਬ ਦੇ ਵਿੱਚ 60% ਕਮਰਸ਼ੀਅਲ ਡੇਅਰੀ ਹੈ ਅਤੇ 40% ਸਾਰੇ ਹਿੰਦੁਸਤਾਨ 'ਚ ਆ, ਠੀਕ ਹੈ ਜੀ। ਇਹ ਸਾਡੀ ਆਰਗੇਨਾਈਜੇਸ਼ਨ ਦੀ ਬਦੌਲਤ ਆ। ਅਤੇ ਅਸੀਂ ਬਹੁਤ ਇਹ ਉਪਰਾਲੇ ਕੀ ਕਿਸਾਨ ਜੁੜਿਆ ਜੀ ਤੁਹਾਡੇ ਨਾਲ? ਜਿਹੜੇ ਸਾਡੇ ਨਾਲ ਵੈਸੇ ਤਾਂ ਜੀ 27,000 ਫਾਰਮਰ ਆ, ਪਰ ਜਿਹੜੇ ਵੱਡੇ ਫਾਰਮਰ ਨੇ ਉਹ ਸਾਡੇ ਕੋਲ 6700 ਫਾਰਮਰ ਆ। ਜਿਹੜਾ ਵੱਡਾ ਜਿਹੜਾ 20 ਗਾਈਆਂ ਤੋਂ ਲੈ ਕੇ 500 ਗਾਈਆਂ ਮੱਝਾਂ ਤੱਕ ਵਾਲਾ ਵਾ। ਅਤੇ ਜਿਹੜੇ ਉਦੋਂ ਛੋਟੇ ਵਾਲੇ 5-7 ਉਹ 27,000 ਸਾਡਾ ਕਿਸਾਨ ਹੈ ਜੀ। ਅਚੀਵਮੈਂਟਸ ਕੀ ਰਹੀਆਂ ਹੁਣ ਤੱਕ? ਜਿਵੇਂ ਤੁਸੀਂ ਬਰੀਡਿੰਗ ਦੀ ਗੱਲ ਕਰ ਰਹੇ ਸੀ ਮੇਰੇ ਨਾਲ ਕਿ ਅਸੀਂ ਆਪਣੀ ਇੱਕ ਬਰੀਡ ਹੀ ਤਿਆਰ ਕਰਤੀ।
ਦੇਖੋ ਜੀ, ਜਦੋਂ ਅੱਜ ਤੋਂ ਮੈਂ 2002 ਦੇ ਵਿੱਚ ਮੈਨੂੰ ਪ੍ਰਧਾਨ ਬਣਾਇਆ ਗਿਆ ਸੀ, ਜਦੋਂ ਫਿਰ ਸੰਗਠਿਤ ਕੀਤਾ ਆਪਣੇ ਆਰਗੇਨਾਈਜੇਸ਼ਨ ਨੂੰ। ਇਹ ਆਰਗੇਨਾਈਜੇਸ਼ਨ ਦਾ ਪਹਿਲਾ ਪ੍ਰਧਾਨ ਕੈਪਟਨ ਕਮਲਜੀਤ ਸਿੰਘ ਸੀਗੇ, ਤੇ ਅਸੀਂ ਜਦੋਂ 2002 ਤੋਂ ਇਹਨੂੰ ਸੰਗਠਿਤ ਕਮਰਸ਼ੀਅਲ ਐਂਗਲ ਦੇਣਾ ਸ਼ੁਰੂ ਕੀਤਾ, ਉਦੋਂ ਸਾਡੇ ਕੋਲ ਜਿਹੜੀਆਂ ਆਮ ਫਾਰਮਾਂ ਤੇ ਗਾਈਆਂ ਹੁੰਦੀਆਂ ਸੀ ਨਾ ਜੀ, ਉਹ ਸਾਰੀਆਂ 22 ਲੀਟਰ 24 ਲੀਟਰ 25 ਲੀਟਰ ਵਾਲੀਆਂ ਹੁੰਦੀਆਂ ਵੱਧ ਤੋਂ ਵੱਧ। ਅੱਜ ਦੀ ਡੇਟ ਦੇ ਵਿੱਚ ਸਾਡੇ ਕੋਲ ਮੈਨੂੰ ਨਹੀਂ ਲੱਗਦਾ ਕਿਸੇ ਫਾਰਮ ਦੇ ਉੱਤੇ ਵੀ 45 ਲੀਟਰ ਤੋਂ 40 ਲੀਟਰ ਤੋਂ ਘੱਟ ਗਾਵਾਂ, ਤੇ ਉਹ 25 ਅਸੀਂ ਕਹਿ ਰਹੇ ਮੈਕਸਿਮਮ 15 ਤੋਂ 25। ਅੱਜ ਸਾਡੀ ਹੈ 40 ਤੋਂ 70, ਮਤਲਬ ਅਸੀਂ ਡਬਲ ਤੋਂ ਵੀ ਵੱਧ ਗਏ। ਇਹਦੇ ਵਿੱਚ ਕੈਲਕੂਲੇਸ਼ਨ ਇਕੱਲੀ ਡੇਲੀ ਦੀ ਨਹੀਂ ਹੁੰਦੀ ਜੀ, ਇਹਦੇ ਵਿੱਚ ਕੈਲਕੂਲੇਸ਼ਨ ਹੁੰਦੀ ਹੈ ਜਿਹੜੀ 305 ਦਿਨ ਦਾ ਦੁੱਧ ਕਿੰਨਾ ਦਿੱਤਾ। ਜਿਵੇਂ ਤੁਸੀਂ ਦੇਸੀ ਬਰੀਡ ਦੀ ਗੱਲ ਕਰਦੇ ਆਮ, ਦੇਸੀ ਗਾਂ ਦਿੰਦੀ ਹੈ ਜੀ 305 ਦਾ 1500 ਲੀਟਰ ਦੁੱਧ, 1300 ਲੀਟਰ ਦੁੱਧ। ਸਾਡੀ ਗਾਂ ਦਿੰਦੀ ਆ ਜਿਹੜੀ ਵਧੀਆ ਗਾਂ ਆ 10000 ਤੋਂ 12000 ਲੀਟਰ ਦੁੱਧ। ਇੰਨਾ ਫਰਕ ਕਿਉਂ? ਬਾਹਰਲੀ 1500 ਦਾ 1700 2000 ਹੋ ਸਕਦਾ ਹੈ, ਪਰ 1500 ਤੇ 10000 ਤਾਂ ਬਹੁਤ। ਇਹ ਮੇਰਾ ਇਹੀ ਤਾਂ ਡਿਬੇਟ ਵਾਲੀ ਗੱਲ ਆ। ਤੁਸੀਂ ਕਦੇ ਕਹਾਂਗੇ ਚੈਨਲ ਤੇ ਰੱਖੋ ਵੀ ਜਿਹੜੇ ਕਈ ਸਾਡੇ ਫਾਰਮਰ ਵੀ ਗੁੰਮਰਾਹ ਹੁੰਦੇ ਆ ਵੀ ਦੇਸੀ ਗਾਂ ਰੱਖਣੀ ਆ। ਅਸੀਂ ਕਿਹਾ ਭਰਾਵਾ, ਦੇਸੀ ਗਾਂ ਦਾ ਤੁਸੀਂ ਦੇਸੀ ਗਾਂ ਨੂੰ ਪੱਠੇ ਵੀ ਨਹੀਂ ਪੂਰੇ ਕਰਨੇ ਉਹਨੇ, ਤੁਸੀਂ ਦੇਸੀ ਗਾਂ ਨਹੀਂ, ਤੁਹਾਨੂੰ ਇਹ ਰੱਖਣੀ ਪੈਣੀ ਐਚਐਫ ਬਿਨਾਂ ਗੁਜ਼ਾਰਾ ਕੋਈ ਨਹੀਂ। ਦੇਸੀ ਗਾਂ ਮੈਂ ਡਿਬੇਟ ਤਾਂ ਕਰਾਓ, ਜਿਹੜੇ ਤੁਹਾਨੂੰ ਰੱਖਣ ਨੂੰ ਕਹਿੰਦੇ ਉਹਨਾਂ ਨਾਲ ਗੱਲ ਕਰਾਓ। ਜਿਹੜਾ ਫਾਰਮ ਦੇਸੀ ਗਾਂ ਦਾ ਬਣੂਗਾ 1.5 ਸਾਲ ਤੋਂ ਵੱਧ ਨਹੀਂ ਚੱਲ ਸਕਦਾ। A to A1 ਦਾ ਐਵੇਂ ਰੌਲਾ ਪਾਇਆ ਹੋਇਆ ਜੀ। ਉਹ ਇੱਕ ਕਿਸਮ ਦਾ ਸ਼ਹਿਰ ਵਾਲਿਆਂ ਨੂੰ ਉਹੀ ਐਚਐਫ ਦਾ ਘਿਓ ਆ ਜਿਹੜਾ, ਉਹੀ ਘਿਓ ਉਹੀ 5 ਗੁਣਾ ਰੇਟ ਦੇ ਵਿੱਚ ਵੇਚ ਦਿੰਦੇ। ਦੇਸੀ ਗਾਂ ਤੋਂ ਘਿਓ ਕਿੱਥੋਂ ਹੋਣਾ? ਦੁੱਧ ਹੀ ਨਹੀਂ ਹੁੰਦਾ ਜੀ। ਦੇਸੀ ਗਾਂ ਦੇ ਤਾਂ ਮਸਾਂ ਹੀ ਵੇਚੀ ਜਾਂਦੇ ਆ ਵੀ ਕਹਿ ਕੇ ਵੇਚੀ ਜਾਂਦੇ ਜੀ। ਦੇਸੀ ਗਾਂ ਤੁਸੀਂ ਕੀ ਇਹ ਸਿਰਫ ਮਿੱਥ ਬਣਾਇਆ ਹੋਇਆ ਜੀ? ਬਿਲਕੁਲ ਚੰਗੀ ਹੈ ਜਾਂ ਉਹਦਾ ਦੁੱਧ ਚੰਗਾ ਹੈ, ਕੋਈ ਐਚਐਫ ਦਾ ਦੁੱਧ ਨਹੀਂ ਚੰਗਾ, ਇਹ ਮਿੱਥ ਹੈ। ਮੱਕੜ ਸਾਹਿਬ, ਸਿੱਧੀ ਪ੍ਰੈਕਟੀਕਲ ਗੱਲ ਸਮਝੋ। ਆਪਣੀ ਉਮਰ ਤੇ ਆਪਣੀਆਂ ਬਿਮਾਰੀਆਂ ਗਿਣ ਲਓ। ਜਿਹੜੇ ਸਾਰੀ ਦੁਨੀਆ ਐਚਐਫ ਦਾ ਦੁੱਧ ਪੀਂਦੇ ਉਹਨਾਂ ਦੀ ਉਮਰ ਤੇ ਬਿਮਾਰੀਆਂ ਗਿਣ ਲਓ। ਠੀਕ ਹੈ ਜੀ। ਐਵੇਂ ਗੱਲਾਂ ਤੁਸੀਂ ਪਹਿਲਾਂ ਇੱਥੋਂ ਦੀ ਅਡਲਟਰੇਸ਼ਨ ਤਾਂ ਦੂਰ ਨਹੀਂ ਕਰ ਪਾਉਂਦੇ। ਤੁਸੀਂ ਪਨੀਰ ਨਕਲੀ ਬਣਾਈ ਜਾਂਦਾ, ਉਹਨੂੰ ਨਹੀਂ ਫੜਦੇ। ਅਸੀਂ ਫੜਿਆ 2 ਸਾਲ, ਸਾਰੇ ਬੰਦੇ ਛੁੱਟ ਗਏ। ਅਸੀਂ ਜਿਹੜਾ ਨੇ ਫੜਾਇਆ, ਸਾਨੂੰ ਜੱਜ ਉੱਥੇ ਹੀ ਬਿਠਾ ਲੈਂਦਾ ਜੀ, ਦੁਪਹਿਰ ਨੂੰ 12 ਵਜੇ ਆ ਜਾਓ ਜੀ, 4 ਵਜੇ ਆ ਜਾਓ। ਤਰੀਕਾਂ ਅਸੀਂ ਗਵਾਹਾਂ ਨੂੰ, ਅਸੀਂ ਗਵਾਹ ਬਣੇ ਉਹਨਾਂ ਦੇ। ਜਿਨ੍ਹਾਂ ਨੇ ਫੜਾਇਆ ਉਹ ਛੁੱਟ ਕੇ ਰਾਣਾ ਬਾਹਰ ਚਲੇ ਗਏ, ਜਿਨ੍ਹਾਂ ਨੇ ਫੜਾਇਆ ਅਸੀਂ ਤਰੀਕਾਂ ਭੁਗਤਦੇ ਹਾਂ। ਇੱਥੇ ਕੀ ਸਿਸਟਮ ਥੋੜ੍ਹੀ ਹੈ ਜੀ ਕੋਈ ਇੱਥੇ। ਇਸ ਕਰਕੇ ਇਹ ਤਾਂ ਲੋਕਾਂ ਨੂੰ ਕਮਲੇ ਜਿੰਨਾ ਮਰਜ਼ੀ ਬਣਾ ਲਓ। ਮੈਂ ਕਹਿੰਦਾ ਜੀ, ਮੇਰੇ ਨਾਲ ਮੈਂ ਕਦੇ ਮੇਰੀ ਨੈਸ਼ਨਲ ਲੈਵਲ ਤੇ ਵੀ ਡਿਬੇਟ ਹੋਈ ਆ। ਮੈਂ ਕਿਹਾ ਜਿਹੜਾ ਤੁਹਾਨੂੰ ਦੇਸੀ ਗਾਂ ਦਾ ਫਾਰਮ ਬਣਾਉਣ ਨੂੰ ਕਹਿੰਦਾ, ਤੁਸੀਂ ਕਿਸਾਨਾਂ ਦੇ ਪ੍ਰੈਕਟੀਕਲ ਕਿਉਂ ਕਰਦੇ ਆ? ਤੁਸੀਂ ਆਪਦੀ ਵੋਟ ਬੈਂਕ ਦੀ ਖਾਤਰ ਕਿਸਾਨਾਂ ਨੂੰ ਕਿਉਂ ਯੂਜ਼ ਕਰਦੇ ਆ? ਜਦ ਜਿਹੜੀ ਗਾਂ ਤੁਹਾਡੇ ਪੱਠੇ ਨਹੀਂ ਪੂਰੇ ਕਰ ਸਕਦੀ, ਤੁਹਾਡਾ ਉਹ ਪੋਲੀਟੀਕਲ ਐਂਗਲ ਦੇਤਾ ਨਾ ਉਹਨੂੰ। ਉਹ ਪੂਰੇ ਦੇਸ਼ ਦੇ ਵਿੱਚ ਪੋਲੀਟੀਕਲ ਐਂਗਲ ਦੇ ਕੇ ਕਿਹਾ ਜਾ ਰਿਹਾ, ਉਹ ਪ੍ਰਮੋਟ ਕਰਦੇ ਹੋ। ਉਹ ਪੋਲੀਟੀਕਲ ਐਂਗਲ ਦੇ ਕੇ ਹੀ ਉਹਨੂੰ, ਉਹਦਾ ਸਿਰਫ ਏਜੰਡਾ ਆ ਜੀ ਉਹ ਵੋਟ ਲੈਣ ਦਾ। ਉਹਨਾਂ ਨੂੰ ਵੀ ਪਤਾ, ਜਿਨ੍ਹਾਂ ਬੰਦਿਆਂ ਨੇ ਇਹ ਗੱਲ ਕੀਤੀ ਹੈ, ਜਿਹੜੀਆਂ ਸਟੇਟਾਂ 'ਚ ਹੋਇਆ ਉੱਥੇ ਸੜਕਾਂ ਤੇ ਗਾਈਆਂ ਹੀ ਗਾਈਆਂ ਫਿਰਦੀਆਂ। ਉੱਥੋਂ ਦਾ ਕਿਸਾਨ ਹੁਣ ਉਲਟ ਹੋ ਰਿਹਾ ਇਹ ਚੀਜ਼ ਦੇ। ਉਹ ਕਹਿੰਦੇ ਵੀ ਤੁਸੀਂ ਚਲੋ ਮੰਨ ਲਓ, ਆਪਾਂ ਕਹਿੰਦੇ ਦੇਸੀ ਗਾਂ ਦੇਸੀ ਗਾਂ ਨੂੰ ਪੂਜਣ ਯੋਗ ਆ, ਠੀਕ ਹੈ ਜੀ। ਤੇ ਫਿਰ ਵਿਲਾਇਤੀ ਗਾਂ ਨੂੰ ਇੱਕ ਤਾਂ ਆਪਾਂ ਇੱਕ ਪਾਸੇ ਸਟੇਟਮੈਂਟ ਦਿੰਦੇ ਆ ਜੀ ਇਹ ਤਾਂ ਮਾੜੀ ਬੜੀ ਆ, ਇਹਦੇ ਤਾਂ ਕਦੇ ਕੋਈ ਸੂਰ ਦੀ ਨਸਲ 'ਚੋਂ ਕਹਿ ਦਿੰਦਾ, ਕੋਈ ਕੁਛ ਕਹਿ ਦਿੰਦਾ। ਤੇ ਫਿਰ ਤੁਸੀਂ ਇਹਨੂੰ ਕਿਉਂ ਇਹਦੇ ਤੇ ਰੁਕਾਵਟਾਂ ਪੈਦਾ ਕਰਦੇ ਆ? ਇਹਦੇ ਸਲੋਟਰ ਹਾਊਸ ਕਿਉਂ ਨਹੀਂ ਖੋਲ੍ਹਣ ਦਿੰਦੇ? ਤੁਸੀਂ ਦੇਸੀ ਗਾਂ ਦੇਸੀ ਗਾਂ ਨੂੰ ਸਾਂਭੋ, ਫਿਰ ਉਹ ਤਾਂ ਗਊਸ਼ਾਲਾ ਸਾਂਭੀ ਜਾ ਸਕਦੀ ਹੈ। ਤੇ ਫਿਰ ਐਚਐਫ ਨੂੰ ਕਿਉਂ ਤੁਸੀਂ ਕਰਦੇ ਹੋ? ਮਤਲਬ ਇਹ ਇੱਕ ਦੇਖੋ, ਇਹਦੇ ਲਈ ਕਿਸਾਨ ਤੁਸੀਂ ਮੰਨਦੇ ਹੀ ਨਹੀਂ ਐਚਐਫ ਨੂੰ, ਤਾਂ ਫਿਰ ਉਹਦਾ ਸਲੋਟਰ ਹਾਊਸ ਖੋਲ ਦਿਓ। ਉਹਦਾ ਸਲੋਟਰ ਹਾਊਸ ਖੋਲ ਦਿਓ ਜੀ। ਜਦੋਂ ਮੰਨਦੇ, ਅਸੀਂ ਤਾਂ ਬਹੁਤ ਵਾਰ ਡਿਬੇਟ ਕੀਤੀ। ਮੇਰੇ ਇੱਥੇ ਇੱਕ ਸਾਡੇ ਯੂਨੀਵਰਸਿਟੀ ਇੱਕ ਵਾਰ ਅੱਜ ਤੋਂ 4 ਸਾਲ ਪਹਿਲਾਂ ਵੈਟਰਨਰੀ ਯੂਨੀਵਰਸਿਟੀ ਦੇ ਵਿੱਚ ਇੱਕ ਫੰਕਸ਼ਨ ਹੋਇਆ। ਉਹਦੇ ਵਿੱਚ ਉਹਨਾਂ ਨੇ ਲਿਖਤਾ ਜੀ, ਜਿਹੜੀ ਐਚਐਫ ਗਾਂ ਨੂੰ ਦੁੱਧ ਪੀਣੇ ਨਾਲ ਕੈਂਸਰ ਫਲਾਨਾ ਬਿਮਾਰੀਆਂ ਹੁੰਦੀਆਂ। ਆਪਣੇ ਡਾਕਟਰ ਸੀਗੇ ਇੱਥੇ ਵੈਟਰਨਰੀ ਯੂਨੀਵਰਸਿਟੀ ਦਾ। ਮੈਂ ਕਿਹਾ ਵੀ ਤਾਂ 5 ਕਰੋੜ ਦਾ ਦਾਅਵਾ ਠੋਕਣ ਲੱਗਿਆ। ਮੈਂ ਮਿਹਨਤਾਂ ਕੀਤੀਆਂ ਜੀ, ਗੋਡੇ ਫੜਨ ਤੱਕ ਗਿਆ ਮੇਰੇ। ਉਹ ਕਹਿੰਦਾ ਕੋਈ ਉਹਦੀ ਆਬਜ਼ਰਵੇਸ਼ਨ ਨਹੀਂ ਸੀ, ਕੋਈ ਸਟੱਡੀ ਨਹੀਂ ਸੀ ਨਾ। ਫਿਰ ਲਿਖਵਾਇਆ ਜੀ, ਅਗਲੀ ਵਾਰ ਪੇਪਰ ਮੈਂ ਦੇ ਇਹਦੇ 'ਚ ਐਡ ਦੁਬਾਰੇ ਦੇ, ਤੂੰ ਵੀ ਮੇਰੀ ਗਲਤ ਲਿਖਤਾ ਇਹਨਾਂ ਨੇ। ਫਿਰ ਉਹਨੇ ਮਾਫੀ ਮੰਗੀ। ਇਹਨਾਂ ਬੰਦਿਆਂ ਨੂੰ ਜਿਹਨਾਂ ਕੋਈ ਪੋਲੀਟੀਕਲ ਏਜੰਡਾ, ਇਹ ਬੜੇ ਵੱਡੇ ਏਜੰਡੇ ਤੁਹਾਨੂੰ ਸਾਰੇ ਹੀ ਪਤਾ ਹੈ। ਇਹਦੇ ਲਈ ਏਜੰਡਾ ਕੀ ਹੈ ਉਹ ਵੀ ਪਤਾ ਜੀ। ਪਰ ਇਹਦੇ ਲਈ ਅਸੀਂ ਕਹਿੰਦੇ ਜਿਹੜਾ ਬੰਦਾ ਕਹਿੰਦਾ ਡਿਬੇਟ ਰੱਖੋ, ਮੈਂ ਉਹਦੇ 'ਚ ਆਉਣ ਨੂੰ ਤਿਆਰ ਹਾਂ। ਹੁਣ ਦੇਖੋ, ਇਹ ਕਹਿੰਦੇ ਆ ਕਿ ਉਹਦਾ ਪਿਸ਼ਾਬ ਪੀਂਦੇ ਆ ਕਈ ਲੋਕ, ਜਾਂ ਉਹਦਾ ਗੋਹਾ ਬੜਾ ਜੀ ਕੰਮ ਆਉਂਦਾ ਹੈ। ਉਹ ਤਾਂ ਲੋਕਾਂ ਨੇ ਕਾਰਾਂ ਤੇ ਲਾ ਤੇ ਆਪਦੇ ਵੀ ਕਾਰ ਠੰਡੀ ਰਹਿੰਦੀ ਆ। ਚਲੋ ਦੇਸੀ ਗਾਂ ਦਾ ਜੀ ਉਹ ਅਸੀਂ, ਮੈਂ ਕਹਿੰਦਾ ਧਾਰਮਿਕ ਮਿੱਥ ਆ, ਆਪਾਂ ਉਹਦੇ ਤੇ ਕੋਈ ਕਮੈਂਟ ਨਹੀਂ ਕਰਦੇ, ਠੀਕ ਆ। ਅਸੀਂ ਤਾਂ ਵਿਲਾਇਤੀ ਦੀ ਗੱਲ ਕਰਦੇ ਜਿਹੜੀ ਸਾਡੇ ਕੋਲ ਆ। ਸਾਡੇ ਵਾਲੀ ਗਾਂ ਤੇ ਜੇ ਤੁਸੀਂ ਉਹਨੂੰ ਗਾਂ ਨਹੀਂ ਮੰਨਦੇ ਤਾਂ ਪਾਬੰਦੀਆਂ ਕਿਉਂ ਲਾਉਂਦੇ ਆ? ਠੀਕ ਹੈ ਜੀ। ਸਾਡੀ ਗਾਂ ਹੀ ਫਾਰਮਰ ਨੂੰ ਰੋਟੀ ਦਿੰਦੀ ਆ, ਸਾਡੀ ਗਾਂ ਹੀ ਪੈਸੇ ਬਚਾ ਕੇ ਦਿੰਦੀ ਆ। ਅੱਜ ਵੀ ਅਸੀਂ ਕਹਿੰਦੇ ਆ ਵੀ ਜੇ 10 ਸਾਲ ਦਾ ਤੁਸੀਂ ਰਿਕਾਰਡ ਕੱਢੋਗੇ, ਜਿਵੇਂ ਤੁਸੀਂ ਕਿਹਾ ਸੀ ਵੀ ਆਪਾਂ ਡਿਵਰਸੀਫਿਕੇਸ਼ਨ ਕਿਵੇਂ ਕਰਨੀ ਆ। ਜਿਵੇਂ ਆਪਾਂ ਆਲੂ ਵਾਲਿਆਂ ਦਾ ਕਹਿੰਦੇ ਵੀ 3 ਸਾਲ ਬਾਅਦ ਜੀ 1 ਸਾਲ ਲੱਗ ਜਾਂਦਾ, 2 ਸਾਲ ਮੰਦਾ ਆ ਜਾਂਦਾ। ਅਸੀਂ ਕਹਿੰਦੇ 10 ਸਾਲਾਂ 'ਚ ਸਾਡੇ 3 ਸਾਲ ਮੰਦੇ ਹੁੰਦੇ, 7 ਸਾਲ ਲੱਗ ਜਾਂਦੇ ਆ। ਪਰ ਜੇ ਮੰਦੇ ਚੰਗੇ ਸਾਰੇ ਦੀ ਐਵਰੇਜ ਕੱਢੋਗੇ ਨਾ 10 ਸਾਲ ਦੀ, ਸਾਡੀ ਇੱਕ ਗਾਂ ਘਰ ਦੇ 1 ਏਕੜ ਦੀ ਕਮਾਈ ਦਿੰਦੀ ਹੈ ਜੀ। ਜਿਹੜੇ ਸਾਲ ਦੀ ਜਿਹੜੇ ਫਾਰਮ ਬਣੇ ਆ ਜੀ, 3 ਏਕੜ ਵਾਲਿਆਂ ਨੇ ਅਸੀਂ ਲੋਨ ਦਵਾ ਕੇ ਫਾਰਮ ਸ਼ੁਰੂ ਕਰਾਏ ਸੀਗੇ। 20 ਲੱਖ ਦਾ ਲੋਨ ਪਹਿਲੀ ਆਰਗੇਨਾਈਜੇਸ਼ਨ ਸੀਗੀ ਜੀ, ਜਿਹਨੇ 3 ਏਕੜ ਵਾਲੇ ਨੂੰ ਵੀ
70 ਲੱਖ ਦਾ ਲੋਨ ਦਵਾਇਆ, ਨਹੀਂ 3 ਲੱਖ ਨਹੀਂ ਮਿਲਦਾ ਸੀ। ਸਾਡੀ MOU ਕੀਤੇ ਸੀ ਬੈਂਕਾਂ ਨਾਲ, ਅਸੀਂ ਦਵਾਇਆ। ਅੱਜ ਉਹ ਬੰਦਾ ਜਿਹਨੂੰ 30 ਗਾਈਆਂ ਦਾ ਫਾਰਮ ਬਣਾਇਆ ਸੀਗਾ ਜੀ, ਮੰਨ ਲਓ ਉਹਨੇ ਉਸ ਟਾਈਮ ਉਹਦਾ 60-70 ਲੱਖ ਲੱਗਦਾ ਸੀਗਾ। ਅੱਜ ਉਹ ਬੰਦਾ 100 ਗਾਂ ਦਾ ਮਾਲਕ ਆ ਜੀ, ਤੇ ਅੱਜ 100 ਗਾਂ ਤੇ 4 ਕਰੋੜ ਰੁਪਏ ਦੀ ਇਨਵੈਸਟਮੈਂਟ ਆ। ਉਹਨੇ 5-7 ਸਾਲਾਂ 'ਚ ਇੰਨੀ ਕਮਾਈ ਕੀਤੀ। ਉਹਨੇ ਆਪਣਾ ਫਾਰਮ ਵਧਾਇਆ, ਆਪਣੇ ਬੱਚਿਆਂ ਨੂੰ ਵਧੀਆ ਸਕੂਲਾਂ 'ਚ ਲਾਇਆ, ਆਪਣੇ ਵਧੀਆ ਗੱਡੀਆਂ ਤੇ ਜਾਂਦੇ ਆ। ਇਦੋਂ ਵਧੀਆ ਧੰਦਾ ਕੀ ਹੋ ਸਕਦਾ? ਕੰਮ ਕਰਨਾ ਪਊ। ਅਦਰ ਐਂਗਲ ਮੈਨੂੰ ਦੱਸੋ ਕਿ ਕਿਸਾਨ ਦੀ ਜਿਹੜੀ ਇਕਨੋਮਿਕ ਹਾਲਾਤਾਂ ਦੀ ਆਪਾਂ ਅਕਸਰ ਗੱਲ ਕਰਦੇ ਹਾਂ, ਜ਼ਿਆਦਾਤਰ ਕਿਸਾਨ ਜਿਹੜਾ ਹੁਣ ਸਾਡਾ 2-2.5 ਕਿੱਲੇ ਵਾਲਾ ਰਹਿ ਗਿਆ, ਉਹਨੂੰ ਕਿਵੇਂ ਤੁਸੀਂ ਬੈਨੀਫਿਟ ਕਰ ਸਕਦੇ ਹੋ? ਉਹਦੀ ਲਾਈਫ ਕਿਵੇਂ ਚੇਂਜ ਹੋ ਸਕਦੀ ਹੈ? ਦੇਖੋ ਇਹਦੇ 'ਚ ਦੋ ਗੱਲਾਂ ਜੀ। ਇੱਕ ਨਾ ਅਸੀਂ ਜਿਹੜੇ ਕਹਿੰਦੇ ਵੀ ਜਿਹੜੇ ਬੰਦੇ ਕੋਲ ਹੈ 2-2.5 ਕਿੱਲੇ ਵਾਲਾ, ਉਹਦੇ ਕੋਲ ਨਾ ਵਰਾਂਡਾ, ਇੱਕ ਛੋਟਾ ਆਪਣਾ ਮੱਝਾਂ ਦੀ ਵਰਾਂਡਾ ਹੁੰਦਾ ਜੀ। ਅਸੀਂ ਕਹਿੰਦੇ ਵੀ ਨਹੀਂ, ਗਾਈਆਂ ਰੱਖਣ ਲਈ ਤੁਹਾਨੂੰ ਇਨਫਰਾਸਟ੍ਰਕਚਰ ਦੇਣਾ ਪੈਂਦਾ। ਤੁਸੀਂ ਪਹਿਲਾਂ ਉਸ ਲੈਵਲ 'ਤੇ ਆ ਜਾਓ। ਗਾਈ ਵੀ ਰੱਖ ਸਕਦੇ ਉਹਦੇ 'ਚ, ਪਰ ਜੇ ਤੁਸੀਂ ਗਾਈ ਨਹੀਂ ਰੱਖ ਸਕਦੇ, ਜਿਹੜੀਆਂ 3-4 ਮੱਝਾਂ, ਉਹਨਾਂ ਨੂੰ ਕਮਰਸ਼ੀਅਲ ਐਂਗਲ ਤੋਂ ਸੋਚ ਕੇ ਰੱਖੋ। ਜਿਹੜੀ ਸਾਡੇ ਆਮ ਕਿਸਾਨਾਂ ਕੋਲ ਕੀ ਆ ਕਿ ਮੱਝ ਦੀ ਕੈਪੈਸਿਟੀ 12-14 ਲੀਟਰ 15 ਲੀਟਰ ਹੁੰਦੀ ਆ, ਉਹ ਦੁੱਧ ਕਿੰਨਾ ਲੈਂਦੇ? 7 ਲੀਟਰ, ਅੱਧ ਲੈਂਦੇ ਆ। ਠੀਕ ਹੈ ਜੀ। ਉਹਦੇ ਤੇ ਉਹਨਾਂ ਨੂੰ ਪਤਾ ਨਹੀਂ, ਉਹਦੀ ਨਿਊਟ੍ਰੀਸ਼ਨ ਦਾ ਪਤਾ ਨਹੀਂ ਹੈ। ਉਹ ਦੁੱਧ ਜਿਹੜਾ 7 ਲੀਟਰ ਵੀ ਲੈਂਦੇ, ਉਹ ਵੀ ਛੇਤੀ ਦੁੱਧੋਂ ਭੱਜ ਜਾਂਦੀ ਹੈ। ਦੁੱਧ ਦੀ ਫੈਟ ਪਰਸੈਂਟੇਜ ਨਹੀਂ ਆਉਂਦੀ, ਰੇਟ ਨਹੀਂ ਮਿਲਦਾ ਉਹਨਾਂ ਨੂੰ। ਉਹੀ ਜਾਨਵਰ ਜਿਹੜੇ 5 ਰੱਖਣੇ ਆ, ਉਹੀ ਅੱਜ ਉਹਨਾਂ ਨੂੰ ਕੋਲੋਂ ਖਾ ਰਹੇ ਆ। ਉਹੀ 5 ਜਾਨਵਰ ਉਹਨਾਂ ਨੂੰ ਪੈਸੇ ਕਮਾ ਕੇ ਦੇਣਗੇ। ਇਹੀ ਗੱਲ ਹੈ ਜਿਹੜਾ PDF 'ਚ ਆਊਗਾ ਜਾਂ ਸਾਡਾ ਡਿਫਰੈਂਸ ਕੀ ਹੈ? ਤੁਸੀਂ ਕੀ ਐਸਾ ਗਾਈਡ ਕਰ ਦਿੰਦੇ ਹੋ? ਦੇਖੋ, ਨਿਊਟ੍ਰੀਸ਼ਨ ਹੈ ਜੀ। ਗਾਂ ਨੂੰ ਜਾਂ ਮੱਝ ਨੂੰ ਜੇ ਉਹਦੇ ਮੁਤਾਬਕ, ਜਿਹੜੀ ਉਹਦੀ ਕੈਪੈਸਿਟੀ ਮੁਤਾਬਕ ਫੀਡ ਫਾਡਰ ਨਹੀਂ ਦਿੱਤਾ ਜਾਂਦਾ, ਜੋ ਦੇਣਾ ਹੀ ਆਪਾਂ, ਉਹ ਦੇਖੋ ਐਨੀਮਲ ਆ, ਉਹਨੇ ਤਾਂ ਜੋ ਖਾਦਾ ਉਹਦਾ ਦੁੱਧ ਬਣਾਉਣਾ। ਜਦੋਂ ਸਾਨੂੰ ਪਤਾ ਹੀ ਕੁਛ ਨਹੀਂ ਗਾ, ਅਸੀਂ ਇੱਕ ਸਰੋਂ ਦੀ ਖਲ ਪਾਈ, ਇੱਕ ਅਸੀਂ ਸੰਨੀ ਕਰ ਦਿੱਤੀ, ਉਹਦੀ ਕੁਛ ਦਿੱਤਾ ਨਹੀਂ, ਉਹਨੇ ਦੁੱਧ ਕੀ ਦੇਣਾ ਜੀ? ਉਹੀ ਜਾਨਵਰ ਨੂੰ ਜੇ ਵਧੀਆ ਤਰੀਕੇ ਨਾਲ ਦੁੱਧ ਦਵੋਗੇ, ਆਪਣਾ ਖਰਚਾ ਕੱਢ ਕੇ ਤੁਹਾਨੂੰ ਪੈਸੇ ਬਚਾ ਕੇ ਦੇਊਗਾ। ਸਿਰਫ ਅਸੀਂ ਕਹਿੰਦੇ ਵੀ ਜਿਹੜੇ 2-2.5 ਏਕੜ ਵਾਲੇ ਆ, ਉਹ ਆਪਣੇ ਅਗਰ 10 ਵੀ ਮੱਝਾਂ ਵੀ ਰੱਖੀਆਂ ਜਾਂ ਗਾਈਆਂ ਰੱਖੀਆਂ, ਆਪਣੇ ਘਰ ਦਾ ਬਹੁਤ ਵਧੀਆ ਪਰਿਵਾਰ ਚਲਾ ਸਕਦੇ ਆ, ਬਹੁਤ ਬੱਚਿਆਂ ਨੂੰ ਵਧੀਆ ਪੜ੍ਹਾ ਸਕਦੇ ਆ। ਮਤਲਬ ਉਹਨਾਂ ਨੂੰ ਇਹ ਮਿਹਨਤ ਜ਼ਰੂਰ ਕਰਨੀ ਪਊਗੀ। ਜੇ ਉਹਨਾਂ ਦੇ ਅਸੀਂ ਬਾਹਰ ਜਾ ਕੇ ਵੀ ਕਰਨੀ ਆ, ਅਸੀਂ ਕਹਿੰਦੇ ਜਿਹੜਾ 2-2.5 ਏਕੜ ਵਾਲਾ, ਉਹ ਮਿਹਨਤ ਉਹਨੂੰ ਖੇਤੀ ਦੇ ਬਦਲ ਵਜੋਂ ਇਹਨੂੰ ਡੇਅਰੀ ਅਪਣਾਉਣੀ ਪਊਗੀ। ਉਹਨਾਂ ਫਾਡਰ ਆ ਜਿਹੜਾ ਜੀ, ਦੇਖੋ ਮੰਨ ਲਓ ਆਮ ਵੀ ਅੱਜ ਕੱਲ੍ਹ 2-2.5 ਏਕੜ ਵਾਲਾ ਬੰਦਾ 10-20 ਕਿੱਲੇ ਜ਼ਮੀਨ ਠੇਕੇ 'ਤੇ ਲੈ ਕੇ ਕਰਦਾ ਨਾਲ, ਮਤਲਬ ਉਹਨੂੰ ਗੁਜ਼ਾਰਾ ਨਹੀਂ ਉਹਦਾ 2 ਏਕੜ ਨਾਲ। ਮੰਨ ਲਓ ਉਹ 10 ਏਕੜ ਦੀ ਖੇਤੀ ਕਰਦਾ, ਠੀਕ ਹੈ ਜੀ, 10 ਏਕੜ ਦੀ ਖੇਤੀ ਕਰਦਾ ਤੇ 10 ਹੀ ਉਹਨੇ 12-15 ਮੱਝਾਂ ਗਾਵਾਂ ਰੱਖੀਆਂ ਜੀ। ਉਹਨੇ ਕਣਕ ਬੀਜੀ, ਠੀਕ ਹੈ ਜੀ, ਕਣਕ ਤੋਂ ਝੋਨੇ ਦੇ ਵਿਚਕਾਰ ਉਹ ਮੱਕੀ ਬੀਜੇਗਾ। ਜਿਹੜੇ ਉਹਦੇ ਕੋਲ ਟਾਈਮ ਹੁੰਦਾ, ਉਹਦੀ ਜਿਹੜੀ ਝੋਨੇ ਦਾ ਸ਼ਾਰਟ ਵੈਰਾਈਟੀ ਬੀਜਣੀ ਆ, ਵਿਚਾਲੇ ਟਾਈਮ 'ਚ ਉਹਨੇ ਮੱਕੀ ਬੀਜ ਕੇ ਉਹਦਾ ਸਾਈਲੇਜ ਪਾ ਲੈਣਾ। ਉਹਦਾ ਸਾਈਲੇਜ ਬਹੁਤ ਘੱਟ ਰੇਟ ਦੇ ਵਿੱਚ ਉਹਨੂੰ ਪੈ ਜਾਣਾ ਜੀ, ਅਚਾਰ ਪੈ ਜਾਣਾ, ਪੱਠਾ ਪੈ ਜਾਣਾ ਹਰਾ। ਉਹਦੇ ਵਿੱਚ ਵੀ ਦੀ ਇਕਨੋਮਿਕਸ ਇੰਨੀ ਬਦਲ ਜਾਣੀ ਆ, ਉਹਨੂੰ ਫੀਡ ਬਹੁਤ ਘੱਟ ਪਾਉਣੀ ਪੈਣੀ ਆ। ਬਦਲਣ ਨੂੰ ਤਿਆਰ ਕਿਉਂ ਨਹੀਂ ਮੈਜੋਰਟੀ? ਇਹ ਗੱਲ ਮੈਨੂੰ ਜਿਹੜੀ ਤੁਸੀਂ ਕਹਿ ਰਹੇ ਹੋ, ਮੈਂ ਕਈ ਵਾਰ ਐਕਸਪਰਟਸ ਤੋਂ ਹੋਰ ਵੀ ਸੁਣੀ ਹੈ, ਪਰ ਕਿਸਾਨ ਚੇਂਜ ਕਿਉਂ ਨਹੀਂ ਕਰਦਾ? ਹੋ ਰਹੇ ਜੀ, ਚੇਂਜ ਹੋ ਰਹੇ ਆ, ਸਲੋ ਹੋ ਰਹੇ ਆ। ਪਰ ਹੁਣ ਇਹ ਮੇਲੇ ਲਾਉਣ ਦਾ ਕੀ ਮਕਸਦ ਹੈ? ਇਹੀ ਆ ਵੀ ਇੱਥੋਂ ਅਸੀਂ ਦੇਖੋ, ਸਾਡੇ ਮਨ 'ਚ ਭਾਵਨਾ ਕੀ ਆ, ਸਾਡੀ ਆਰਗੇਨਾਈਜੇਸ਼ਨ 'ਚ ਕੋਈ ਵੀ ਇੱਕ ਦੂਜੇ ਨਾਲ ਕੰਪੀਟੀਸ਼ਨ ਨਹੀਂ। ਸਾਡੀ ਪਹਿਲੀ ਆਰਗੇਨਾਈਜੇਸ਼ਨ ਹੈ ਜੀ, ਕਿਸਾਨ ਇਕੱਠੇ ਆ। ਤੁਸੀਂ ਹਿੰਦੁਸਤਾਨ 'ਚ ਸਾਰੀਆਂ ਸਟੇਟਾਂ 'ਚ ਆਰਗੇਨਾਈਜੇਸ਼ਨਾਂ ਬਣਾਈਆਂ, ਕਿਸੇ ਕੋਈ ਐਸੋਸੀਏਸ਼ਨ ਨਹੀਂ ਚੱਲੀ। ਸਾਡੀ ਆਰਗੇਨਾਈਜੇਸ਼ਨ 'ਚ ਉਹ ਕਹਿੰਦਾ ਵੀ ਯਾਰ ਤੇਰੇ ਕੋਲ ਜੇ ਮੇਰੇ ਕੋਲ 20 ਗਾਈਆਂ ਤੇ ਤੇਰੇ ਕੋਲ 30 ਆ, ਤੇ ਤੂੰ ਕੋਈ ਗੱਲ ਨਹੀਂ ਹੋਰ ਵਧਾ। ਮਤਲਬ ਉਹ ਮਨ ਦੇ ਵਿੱਚ ਸਾੜ ਨਹੀਂ ਹੈਗਾ। ਅਸੀਂ ਇਸ ਕਰਕੇ ਸਾਡੇ ਜਿਹੜੇ ਇਹ ਕੰਮ ਅਸੀਂ ਪ੍ਰੋਗਰਾਮ PDF ਦੇ ਕੀਤੇ ਆ, ਮੈਂ ਡਾਕਟਰ ਕਾਲਕਟ ਤੋਂ ਹਮੇਸ਼ਾ ਯਾਦ ਰੱਖਦਾ। ਡਾਕਟਰ ਕਾਲਕਟ ਦਾ ਇੱਕ ਬਹੁਤ ਵੱਡਾ ਯੋਗਦਾਨ, ਫਾਰਮਰ ਕਮਿਸ਼ਨ ਦੇ ਚੇਅਰਮੈਨ ਵੀਰੇ, ਵਾਈਸ ਚਾਂਸਲਰ ਰਹੇ, ਔਰ ਬਿਨਾਂ ਤਨਖਾਹ ਤੋਂ ਉਹਨਾਂ ਨੇ 85 ਸਾਲ ਦੀ ਉਮਰ ਤੱਕ ਸੇਵਾ ਕੀਤੀ ਹੈ, ਕੋਈ ਤਨਖਾਹ ਨਹੀਂ ਲਈ। ਉਹ ਮੈਨੂੰ ਕਹਿੰਦੇ, ਦਲਜੀਤ ਤੁਸੀਂ ਆਪਦਾ ਯਾਰ ਕੰਮ ਤਾਂ ਕਰਦੇ ਹੋ, ਤੇ ਯਾਰ ਆਪਣੀ ਕੌਮ ਲਈ, ਆਪਣੇ ਲੋਕਾਂ ਲਈ ਇਹ ਇੱਥੇ ਲੁੱਟਮਾਰ ਹੋ ਜਾਣੀ ਆ, ਤੁਸੀਂ ਲੋਕਾਂ ਨੂੰ ਨਾ ਡੇਅਰੀ ਦਾ ਧੰਦਾ ਕਰਵਾਓ। ਸਾਡੇ ਮਨ 'ਚ ਇਹ ਜੀ ਗੱਲ ਵੱਜੀ ਵੀ ਯਾਰ ਅਸੀਂ ਲੋਕ, ਸਾਡੀ ਕੌਮ ਦੇ ਵਿੱਚ ਜਾਂ ਸਾਡੇ ਪੰਜਾਬੀਆਂ 'ਚ, ਅਸੀਂ ਆਪਣੇ ਸਟੇਟ ਦੇ ਵਿੱਚ ਬੰਦੇ ਕਈ ਬਹੁਤ ਕੁਝ ਕਰ ਜਾਂਦੇ ਆ, ਤੇ ਕੀ ਅਸੀਂ ਆਪਦਾ ਕੰਮ ਕਰਦੇ ਆ, ਅਸੀਂ ਲੋਕਾਂ ਨੂੰ ਆਪਦੇ ਕੰਮ ਨਾਲ ਜੋੜ ਨਹੀਂ ਸਕਦੇ? ਉਹ ਜੋੜਦੇ ਸਾਨੂੰ ਵਾਹਿਗੁਰੂ ਦਾ ਇਹ ਮਿਹਰ ਹੋਈ ਵੀ ਜਦੋਂ ਅਸੀਂ ਉਹ ਕੰਮ ਨਿਕਲਦੇ, ਸਾਡੇ ਕੰਮ ਵਾਹਿਗੁਰੂ ਆਪੇ ਕਰੀ ਜਾਂਦਾ। ਅਸੀਂ ਸੈਮੀਨਾਰ ਕਰਦੇ ਆ, ਮੰਥਲੀ ਸੈਮੀਨਾਰ ਸਾਡੇ ਹੁੰਦੇ ਆ, ਜਿਵੇਂ ਤੁਸੀਂ ਇੱਥੇ ਫੋਟੋ ਲੱਗੀ, ਮੰਥਲੀ ਸੈਮੀਨਾਰ ਸਾਡਾ ਆਉਂਦਾ ਜੀ। ਫਿਰ ਅਸੀਂ ਐਕਸਪਰਟ ਇਜ਼ਰਾਈਲ ਤੋਂ ਮੰਗਾਉਂਦੇ ਆ, ਕੈਨੇਡਾ ਤੋਂ ਮੰਗਾਉਂਦੇ ਆ, ਉਹਨਾਂ ਦੇ ਨਾਲ, ਕਿਉਂਕਿ ਅਸੀਂ ਗਾਂ ਉੱਥੇ ਲੈ ਗਏ, ਅਸੀਂ ਨਿਊਟ੍ਰੀਸ਼ਨ ਵੀ ਉੱਥੇ ਲੈ ਕੇ ਜੀ, ਠੀਕ ਹੈ ਜੀ। ਇੱਥੋਂ ਅਸੀਂ ਮੁੰਡੇ 30-30 35-35 ਮੁੰਡੇ ਗਰੁੱਪ ਲੈ ਕੇ ਜਾਂਦੇ, ਯੂਰਪ ਲੈ ਕੇ ਜਾਂਦੇ ਆ। ਸਾਡੀ ਪਹਿਲੀ ਆਰਗੇਨਾਈਜੇਸ਼ਨ ਹੈ ਜੇ ਕੈਨੇਡਾ ਦਾ ਵੀਜ਼ੇ ਲਾਉਣ ਭੇਜਦੇ, ਸਾਡੇ ਵੀਜ਼ੇ ਲੱਗਦੇ ਆ, ਅਮਰੀਕਾ ਦੇ ਲੱਗਦੇ ਆ।
ਕਿਉਂਕਿ ਅਸੀਂ ਪਿਛਲੇ 15 ਸਾਲ 'ਚ ਪਤਾ ਨਹੀਂ ਕਿੰਨੇ ਕੁ ਫਾਰਮਰਾਂ ਨੂੰ ਲੈ ਕੇ ਗਏ, ਅਸੀਂ ਕਬੂਤਰਬਾਜੀ ਨਹੀਂ ਹੋਣ ਦਿੱਤੀ, ਕਿਸੇ ਨੂੰ ਪੈਸਾ ਨਹੀਂ ਖਾਣ ਦਿੱਤਾ ਜੀ। ਨਹੀਂ ਤਾਂ ਆਮ ਤੌਰ 'ਤੇ ਕੀ ਹੈ 10 ਬੰਦੇ ਹੀ ਮੈਂ ਅਮਰੀਕਾ ਭੇਜਣੇ ਤੇ ਮੈਂ 3.5-4 ਕਰੋੜ ਬਣਾ ਲਵਾਂ, ਠੀਕ ਹੈ ਜੀ। ਅਸੀਂ ਬਿਲਕੁਲ ਆਪਦੇ ਲਈ ਉਹਦੇ ਬਣਾਇਆ ਵੀ ਕੋਈ ਬੰਦਾ ਗਲਤੀ ਨਾ ਕਰ ਜਾਵੇ, ਗਰੰਟੀਆਂ ਲੈ ਕੇ ਆਪਦੇ ਬੰਦੇ ਨੂੰ ਲਿਜਾਉਂਦੇ ਹਾਂ ਤੇ ਲੈ ਕੇ ਆਉਂਦੇ ਹਾਂ, ਮਤਲਬ ਆਦਾਨ ਪ੍ਰਦਾਨ ਨੌਲੇਜ ਦਾ ਕਰਦੇ ਹਾਂ। ਅਸੀਂ ਬਰੀਡ ਲਿਆਏ, ਪਹਿਲਾਂ ਵੀ ਬਰੀਡ ਆਈ ਸੀ, ਫੇਲ ਹੋ ਗਈ ਸੀ, ਕਿਉਂ ਹੋ ਗਈ ਸੀ? ਨੌਲੇਜ ਨਹੀਂ ਆਈ ਸੀ। ਅਸੀਂ ਜੇ ਗਾਂ 70 ਲੀਟਰ ਵਾਲੀ ਲਿਆਂਦੀ ਆ, ਉਹਦੇ ਲਈ ਉਹੋ ਜਿਹੇ ਹਵਾਦਾਰ ਸ਼ੈੱਡ, ਉਹਦੇ ਲਈ ਉਹ ਜੀ ਨਿਊਟ੍ਰੀਸ਼ਨ ਮਿਨਰਲ ਵਿਟਾਮਿਨ, ਉਹ ਅਮੀਨੋ ਐਸਿਡ ਸਭ ਕੁਝ ਬੈਲੈਂਸ ਕਰਦੇ ਆ। ਸਾਡੇ ਅੱਜ ਦੇ ਡੇਅਰੀ ਫਾਰਮਰ ਬਰੀਡਰ ਬਣ ਗਏ, ਬਰੀਡਰ ਵੀ ਉਹ ਨਿਊਟ੍ਰੀਸ਼ਨਿਸਟ ਵੀ ਬਣ ਗਏ। ਇਸ ਕਰਕੇ ਅੱਜ ਪੰਜਾਬ ਤੋਂ ਤੁਸੀਂ ਇੱਕ ਗੱਲ ਮਾਣ ਵਾਲੀ ਗੱਲ ਆ, ਸਰਕਾਰਾਂ ਨੂੰ ਨਹੀਂ ਦਿਖਦੀ ਵੀ ਪੰਜਾਬ ਦੇ ਹਰਿਆਣੇ ਦੇ ਵਿੱਚ ਮੱਝ ਨੂੰ ਬਹੁਤ ਪ੍ਰਮੋਟ ਕੀਤਾ ਜਾਂਦਾ। ਪੰਜਾਬ ਦੇ ਵਿੱਚ ਜਿਹੜੀ ਪੰਜਾਬ ਨੇ ਸਾਰੇ ਦੇਸ਼ ਨੂੰ ਗਾਂ ਵੰਡਦਾ, ਅੱਜ ਸਾਰਾ ਦੇਸ਼ ਪੰਜਾਬ ਤੋਂ ਗਾਂ ਲੈਣ ਆਉਂਦਾ। ਸਾਡੇ ਆਰਗੇਨਾਈਜੇਸ਼ਨ ਨੇ ਇਹ ਸਟੇਟਸ ਬਣਾਤਾ ਜਿਹਨੂੰ ਅਸੀਂ ਪੰਜਾਬ ਹੋਲਸਟਨ ਦਾ ਨਾਂ ਦਿੱਤਾ। ਇਹਨੂੰ ਪ੍ਰਮੋਟ ਹੀ ਨਹੀਂ ਕਰ ਪਾਉਂਦੇ ਜੀ। ਅਸੀਂ ਜ਼ੋਰ ਲਾਉਨੇ ਆ, ਅਸੀਂ ਕਹਿੰਦੇ ਜੇ ਸਰਕਾਰਾਂ ਇਹ ਜ਼ੋਰ ਲਾਉਣ ਤੇ ਕੋਈ ਵੀ ਬੰਦਾ, ਕੋਈ ਵੀ ਜਿਹੜਾ ਜ਼ਿਮੀਂਦਾਰ ਇੱਥੇ ਨਾਲ ਖੇਤੀ ਕਰਦਾ ਉਹ 10 ਗਾਈਆਂ ਰੱਖ ਲਵੇ। ਕੋਈ ਕਈ ਵਾਰ ਕਹਿੰਦੇ ਨੇ ਜੀ ਸਾਨੂੰ ਲੇਬਰ ਦੀ ਪ੍ਰੋਬਲਮ ਆ, ਮੱਝ ਤੇ ਗਾਂ 'ਚ ਡਿਫਰੈਂਸ ਕੀ ਆ? ਅਸੀਂ ਕਹਿੰਦੇ ਮੱਝ ਜ਼ਰੂਰ ਰੱਖਣੀ ਚਾਹੀਦੀ, ਜਿਹੜਾ ਮੱਝ ਰੱਖ ਸਕਦਾ, ਜਿਹਨੂੰ ਮੈਨੇਜ ਕਰ ਸਕਦਾ। ਜੇਕਰ ਉਹਨੂੰ ਲੇਬਰ ਦੀ ਪ੍ਰੋਬਲਮ ਆ ਨਾ, ਤੇ 10 ਤੋਂ 15 ਗਾਈਆਂ ਜਾਂ 20 ਗਾਈਆਂ ਦਾ ਜਿਹੜਾ ਫਾਰਮ ਉਹਨੂੰ ਫੈਮਿਲੀ ਫਾਰਮ ਕਹਿੰਦੇ। ਹਾਲੈਂਡ ਵੀ ਚਲੇ ਜਾਓਗੇ ਜੀ, ਹਾਲੈਂਡ 'ਚ ਵੀ 10 ਤੋਂ 20 ਗਾਈਆਂ ਵਾਲੇ ਫਾਰਮ ਹੈਗੇ ਆ। ਮੈਂ ਉਹਦੇ ਬਜ਼ੁਰਗ ਦੇਖੇ ਜੀ ਮਿਲਕਿੰਗ ਕਰਦੇ। ਉਹ ਫਾਰਮ ਆ ਜਿਵੇਂ ਮੰਨ ਲਓ ਮੀਆਂ ਬੀਬੀ ਇੱਕ ਬੱਚਾ ਵਾ, ਠੀਕ ਹੈ ਜੀ, 15-20 ਗਾਈਆਂ ਰੱਖੀਆਂ। ਆਪਾਂ ਕਹਿੰਦੇ ਹਰੇ ਪੱਠੇ ਵੱਢਣ ਪਈਆਂ ਲੈ ਕੇ ਆਉਣਾ, ਲੇਬਰ ਲੈ ਕੇ, ਜਦੋਂ ਸੈਲੇਜ ਪਾ ਲਿਆ ਜੀ, ਉਹ ਤਾਂ ਜਿਵੇਂ ਆਪਾਂ ਤੂੜੀ ਕੱਢ ਕੇ ਪਾ ਲਈ ਘਰੇ, ਉਹ ਘਰੇ ਪਿਆ ਵਾ, ਠੀਕ ਹੈ ਜੀ। ਉੱਥੋਂ ਕੱਢ ਕੇ ਸੈਲੇਜ ਨੇ ਇੱਕ ਵਾਰ ਖੁਰਲੀ ਭਰਤੀ, ਫੀਡ ਤੁਹਾਡੇ ਘਰੇ ਕਿਸੇ ਨੇ ਦੇ ਜਾਣੀ ਆ, ਉਹ ਪਾਤੀ, ਦੁੱਧ ਤੁਹਾਡੇ ਘਰੋਂ ਚੱਕ ਕੇ ਲੈ ਜਾਣਾ ਵੇਰਕ ਵਾਲੇ ਨੇ ਜਾਂ ਨੈਸਲੇ ਨੇ, ਕਿਸੇ ਨੇ ਵੀ, ਠੀਕ ਹੈ ਜੀ। ਤੁਸੀਂ ਦੇਖੋ ਜਾਣਾ ਕਿਤੇ ਨਹੀਂ, ਇਹੋ ਜਿਹਾ ਧੰਦਾ ਵਾ। ਤੁਸੀਂ ਸਿਰਫ ਸਵੇਰੇ 3 ਘੰਟੇ ਕੰਮ, ਸ਼ਾਮ ਨੂੰ 3 ਘੰਟੇ ਆ, ਸਾਰਾ ਦਿਨ ਜੋ ਆਨੰਦ ਲੈਣਾ। ਗਾਂ ਨੂੰ ਬੰਨਣਾ ਨਹੀਂ, ਖੋਲ੍ਹਣਾ ਨਹੀਂ, ਉਹ ਖੁੱਲੀਆਂ ਫਿਰਦੀਆਂ, ਜਦੋਂ ਮਰਜ਼ੀ ਉਹਨੇ ਪਾਣੀ ਪੀ ਲੈਣਾ, ਜਦੋਂ ਮਰਜ਼ੀ ਉਹਨੇ ਖਾ ਲੈਣਾ, ਸਿਰਫ ਉਹਦੀ ਦੁੱਧ ਚੋਣਾ ਜੀ। ਤੇ ਇੱਕ ਉਹਦੀਆਂ 2 ਟਾਈਮ ਖੁਰਲੀਆਂ ਭਰਨੀਆਂ। ਤੁਹਾਨੂੰ ਲੇਬਰ ਦੀ ਕਿੱਥੇ ਲੋੜ ਆ ਜੀ? ਜੇ ਤੁਸੀਂ ਉਹ ਲੇਬਰ ਨਹੀਂ, ਜਿਹੜਾ 15-20 ਗਾਈਆਂ ਵਾਲਾ ਐਵਰੇਜ ਪਰ ਗਾਂ ਕਮਾਈ ਕਰਦਾ, ਉਹ 100 ਗਾਂ ਵਾਲਾ ਨਹੀਂ ਕਰਦਾ ਜੀ। ਕਿਉਂਕਿ 100 ਗਾਂ ਵਾਲੇ ਨੂੰ ਖਰਚ ਪੈਂਦੇ, ਉਹਦੇ ਟਰੈਕਟਰ ਪੱਠੇ ਪਾਉਂਦੇ ਆ, ਉਹਦੀ ਲੇਬਰ ਕੰਮ ਕਰਦੀ ਆ। ਤੁਸੀਂ ਉਹ ਫੈਮਿਲੀ ਫਾਰਮ ਵਾਲਾ ਬਹੁਤ ਵਧੀਆ ਕਮਾਉਂਦਾ। ਜਿਹੜਾ ਫੈਮਿਲੀ ਫਾਰਮ ਵਾਲਾ 15-20 ਗਾਈਆਂ ਵਾਲਾ, ਜਿਹੜਾ ਮੈਂ ਕਹਿੰਦਾ ਤੁਹਾਡੇ ਵਰਗੇ, ਜਿਵੇਂ ਤੁਸੀਂ ਚੈਨਲ ਆ, ਅਸੀਂ ਤੁਹਾਨੂੰ ਕਿਉਂ ਲਾਈਕ ਕਰਦੇ ਵੀ ਤੁਸੀਂ ਲੋਕਾਂ ਤੱਕ ਗੱਲ ਪਹੁੰਚਾਉਂਦੇ ਆ। ਤੁਹਾਡੇ ਵਰਗੇ ਚੈਨਲ, ਸਾਰੇ ਸ਼ਹਿਰ ਦੇ ਚੈਨਲ, ਇਹ ਗੱਲ ਨੂੰ ਲੋਕਾਂ ਤੱਕ ਪਹੁੰਚਾਉਣ ਵੀ ਯਾਰ ਤੁਸੀਂ ਇਹ ਇੰਨਾ ਆਸਾਨ ਜਿਹਾ ਕੰਮ ਕਿਉਂ ਨਹੀਂ ਕਰ ਪਾਉਂਦੇ। ਵਿਚਾਰਿਆਂ ਨੂੰ ਪਤਾ ਹੀ ਨਹੀਂ 20 ਗਾਈਆਂ ਤੱਕ ਮਿਲਕਿੰਗ ਮਸ਼ੀਨ ਆ, ਕਿੰਨੇ ਕੁ ਦੀ ਹੈ ਜੀ ਅੱਜ ਦੀ ਡੇਟ 'ਚ? 50-60 ਹਜ਼ਾਰ ਦੀ ਮਿਲਕਿੰਗ ਮਸ਼ੀਨ ਆ। ਦੱਸੋ ਕਿ ਇਹਨੂੰ ਆਪਾਂ ਅਕਸਰ ਸਹਾਇਕ ਧੰਦਾ ਕਹਿ ਕੇ ਪ੍ਰਮੋਟ ਕਰਦੇ ਆਏ ਸਾਰੀ ਉਮਰ। ਮੈਂ ਕਿਉਂਕਿ ਨੌਨ ਖੇਤੀ ਬੈਕਗ੍ਰਾਉਂਡ ਤੋਂ ਆ, ਕੀ ਇਹਨੂੰ ਪ੍ਰਮੁੱਖ ਧੰਦੇ ਦੇ ਤੌਰ ਤੇ ਨਹੀਂ ਸਾਨੂੰ ਪ੍ਰਮੋਟ ਕਰਨਾ ਚਾਹੀਦਾ? ਕਿ ਜੇ ਤੁਸੀਂ ਫਾਰਮਿੰਗ ਵੀ ਨਹੀਂ, ਜਿਹਦੇ ਕੋਲੇ ਕਿੱਲਾ ਜ਼ਮੀਨ ਵੀ ਹੈ, ਕੀ ਇਹ ਨਹੀਂ ਹੋ ਸਕਦਾ ਕਿ ਉਹ ਪੱਠੇ ਜਾਂ ਚਾਰਾ ਉਹ ਖਰੀਦ ਲਿਆ ਕਰੇ ਤੇ ਉਹ ਗਿਵ ਅਪ ਕਰਕੇ ਤੇ ਆਪਦਾ ਇਹਨੂੰ ਪ੍ਰਮੁੱਖ ਧੰਦੇ ਦੇ ਤੌਰ ਤੇ ਲਵੇ? ਅਸੀਂ ਇਹਨੂੰ ਮੁੱਖ ਧੰਦੇ ਤੌਰ ਤੇ ਲੈਂਦੇ ਹਾਂ ਜੀ। ਸਾਡਾ ਖੇਤੀਬਾੜੀ ਸਹਾਇਕ ਧੰਦਾ ਵਾ। ਸਾਡੇ ਫਾਰਮਰਾਂ ਸਾਨੂੰ ਮੈਨੂੰ ਲੱਗਦਾ ਬਦਲਣੀ ਪਊਗੀ ਜਿਹੜੀ। ਅਸੀਂ ਤਾਂ ਬਦਲਤਾ ਜੀ, ਸਾਡਾ ਬਦਲਿਆ ਹੋਇਆ। ਅਸੀਂ ਲੋਕਾਂ ਨੂੰ ਵੀ ਕਹਿੰਦੇ ਬਦਲੋ, ਠੀਕ ਹੈ ਜੀ। ਇਹਨੂੰ ਪ੍ਰਮੁੱਖ ਧੰਦੇ ਦੇ ਤੌਰ ਤੇ ਲੈਣਗੇ ਤਾਂ ਉਹੀ ਕਾਮਯਾਬ ਆ। ਨਹੀਂ ਤਾਂ ਕੀ ਆ, ਜਦੋਂ ਤੁਸੀਂ ਇਹਨੂੰ ਸਹਾਇਕ ਧੰਦੇ ਤੌਰ ਤੇ ਲੈਂਦੇ ਆ, ਦੇਖੋ ਸਿੱਧੀ ਜੀ ਗੱਲ, ਉਹ ਕਹਿੰਦਾ ਮੈਨੂੰ ਦੁੱਧ ਦਾ ਰੇਟ ਨਹੀਂ ਮਿਲਦਾ, ਠੀਕ ਹੈ ਜੀ। ਉਹੀ ਕਮਰਸ਼ੀਅਲ ਡੇਅਰੀ ਫਾਰਮਰ ਨੂੰ ਦੁੱਧ ਦਾ ਰੇਟ ਮੰਨ ਲਓ 35 ਰੁਪਏ ਮਿਲਦਾ ਗਾਂ ਦਾ, ਤੇ ਜਿਹੜਾ ਬੰਦੇ ਦਾ ਪ੍ਰਮੁੱਖ ਧੰਦਾ ਨਹੀਂ ਉਹਨੂੰ ਮਿਲਦਾ 24 ਰੁਪਏ 25 ਰੁਪਏ। ਤੁਸੀਂ ਉਹਦਾ ਫਰਕ ਕਿੱਥੋਂ ਆਇਆ? ਸਭ ਤੋਂ ਪਹਿਲਾਂ ਨਿਊਟ੍ਰੀਸ਼ਨ ਦਾ ਫਰਕ ਆ ਗਿਆ। ਦੂਜਾ ਉਹਦਾ ਸਹਾਇਕ ਧੰਦਾ, ਉਹ ਆਪਣੇ ਲੇਬਰ ਵਾਲੇ ਨੂੰ ਕਹਿੰਦਾ ਭਈਆ ਦੁੱਧ ਪਾਇਆ, ਜਿਹੜਾ ਗਾਂ ਮੂਹਰੇ ਬੈਠਾ ਸੈਕਟਰੀ 5-7 ਰੁਪਏ ਉਹ ਖਾ ਜਾਂਦਾ ਕਿਲੋ ਦੇ ਮਗਰ ਉਹਦੇ, ਠੀਕ ਹੈ ਜੀ। ਤੇ ਫਿਰ ਜਿੰਨਾ ਚਿਰ ਉਹਨੂੰ ਮੁੱਖ ਧੰਦੇ ਦੇ ਤੌਰ ਤੇ ਨਹੀਂ ਲਊਗਾ, ਉਹਨੇ ਚਿਰ ਇਹ ਧੰਦਾ ਕਾਮਯਾਬ ਨਹੀਂ ਹੋ ਸਕਦਾ। ਇਹ ਹੈ ਵੀ ਮੁੱਖ ਧੰਦਾ, ਪੰਜਾਬ ਨੇ ਮੁੱਖ ਧੰਦਾ ਬਣਾਤਾ। ਮੈਂ ਤਾਂ ਇਹ ਕਹਿੰਦਾ ਵੀ ਸਾਰਿਆਂ ਨੂੰ ਸਾਨੂੰ ਇਹ ਲੋਕਾਂ ਨੂੰ ਇੱਧਰ ਲਾਉਣਾ। ਸਰਕਾਰਾਂ ਸਪੋਰਟ ਨਹੀਂ ਕਰਦੀਆਂ। ਮੇਰੇ ਯਾਦ ਹੈ, ਮੈਂ ਇੱਕ ਸਟੋਰੀ ਕੀਤੀ ਸੀ, ਮੱਝਾਂ ਬਹੁਤ ਸਾਰੀਆਂ ਖੰਨੇ ਦੇ ਨੇੜੇ ਪਿੰਡ ਦੇ ਵਿੱਚ, ਉਹਨਾਂ ਦੀ ਰਜਿੰਦਰ ਸਿੰਘ ਉਹਨਾਂ ਦੀਆਂ ਮਰੀਆਂ ਜੀ, ਉਹਨਾਂ ਦੀਆਂ ਕਾਫੀ ਆ ਪਿੱਛੇ ਜੇ ਹੁਣ ਵੀ ਆਇਆ, ਉਸ ਤੋਂ ਪਹਿਲਾਂ ਵੀ ਕਾਫੀ ਮੱਝਾਂ ਜਿਹੜੀਆਂ, ਔਰ ਉਹ ਪਤਾ ਵੀ ਨਹੀਂ ਲੱਗਿਆ PAU ਦੇ ਬੰਦੇ ਵੀ ਬੈਠੇ ਰਹੇ ਉੱਥੇ, ਸਾਇੰਟਿਸਟ ਵੀ ਆ ਗਏ, ਔਰ ਉਹ ਹਰ ਰੋਜ਼ 2-2 4-4 5-5 ਉਹਨਾਂ ਦੀਆਂ ਮੱਝਾਂ ਮਰੀਆਂ। ਮੈਨੂੰ ਲੱਗਦਾ ਇਹ ਚੀਜ਼ਾਂ, ਚਾਹੇ ਕੋਈ ਵੱਡਾ ਫਾਰਮਰ ਵੀ ਹੈ, ਚਾਹੇ ਉਹ ਕਰੋੜਾਪਤੀ ਵੀ ਹੈ, ਸਰਕਾਰ ਨੂੰ ਕੋਈ ਸਪੋਰਟ ਸਿਸਟਮ ਤਾਂ ਬਣਾਉਣਾ ਚਾਹੀਦਾ। ਨਹੀਂ, ਫਾਰਮਰ ਤਾਂ ਜੀ ਸਾਰੇ ਐਕਚੁਅਲੀ ਛੋਟੇ ਆ ਤੇ ਡੇਅਰੀ ਫਾਰਮਰ ਵੱਡੇ ਆ। ਗੱਲ ਇਹ ਤੁਸੀਂ 2 ਚੀਜ਼ਾਂ ਸਮਝੋ। ਵੱਧ ਜ਼ਮੀਨ ਵਾਲਾ ਬੰਦਾ ਇਹ ਜੇ ਕੰਮ ਨਹੀਂ ਕਰਦਾ, ਉਹਨਾਂ ਲਈ ਉਹ ਠੇਕੇ ਤੇ ਪੈਲੀ ਦਿੱਤੀ, ਹੋਰ ਕੰਮ। ਇਹ ਜਿਹੜੇ 5-7 ਏਕੜ ਵਾਲੇ ਬੰਦੇ ਹੀ ਕੰਮ ਕਰਦੇ ਆ। ਫਾਰਮਰ ਵੱਡੇ ਆ, ਡੇਅਰੀ ਫਾਰਮਰ, ਉਹ ਬੰਦਿਆਂ ਦੇ ਇੰਨੇ, ਕਿਸੇ ਦੇ ਕਰਜ਼ਾ ਵੀ ਲਿਆਉਣ ਦੇ, ਰਜਿੰਦਰ ਸਿੰਘ ਨੇ ਗੱਲ ਕੀਤੀ, ਉਹ ਵਿਚਾਰੇ ਦੀ, ਉਹਨਾਂ ਦਾ ਕਿੰਨਾ ਨੁਕਸਾਨ ਹੋਇਆ, ਠੀਕ ਹੈ। ਮਦਦ ਕਿਸੇ ਨੇ ਕੀ
ਸਾਡੇ ਵਰਗੇ ਵੀ ਆਪਸ ਵਿੱਚ ਕਿੰਨਾ ਕੁ ਕਰ ਲਾਂਗੇ ਜੀ। ਇਵੇਂ ਫਾਰਮਰ ਦਾ ਨੁਕਸਾਨ ਹੋ, ਇੱਥੇ ਤਾਂ ਸਟੇਟ ਗਵਰਨਮੈਂਟ ਨੂੰ ਇੱਥੇ ਕੰਮ ਆਉਣਾ ਚਾਹੀਦਾ। ਉਹਦਾ ਲੱਕ ਹੀ ਟੁੱਟ ਜਾਂਦਾ ਜੀ, ਜਿਹੜੇ ਬੰਦੇ ਦੇ ਇੰਨੇ ਜਾਨਵਰ ਮਰ ਗਏ ਉਹਦਾ ਲੱਕ ਹੀ ਟੁੱਟ ਜਾਂਦਾ। ਮੇਰੀ ਕਿਸੇ ਅਫਸਰ ਨਾਲ ਗੱਲ ਹੋਈ ਉਦੋਂ, ਤੇ ਉਹ ਕਹਿੰਦਾ ਯਾਰ ਇੰਸ਼ੋਰੈਂਸ ਹੁੰਦਾ ਹੈ ਜੀ, ਇੰਸ਼ੋਰੈਂਸ ਮਿਲ ਜਾਣਾ। ਮੈਂ ਕਿਹਾ ਕਮਾਲ ਕਰਦੇ ਹੋ, ਇਹ ਕਹਿ ਕੇ ਤੁਸੀਂ ਖਹਿੜਾ ਕਿਵੇਂ ਛੁਡਾ ਸਕਦੇ ਹੋ? ਇੰਸ਼ੋਰੈਂਸ ਵਾਲੇ ਭੱਜ ਜਾਂਦੇ ਜੀ, ਉਹ ਕਹਿੰਦੇ ਜੀ ਫਲਾਨੀ ਡਿਜ਼ੀਜ਼ ਨੇ, ਉਹ 2-4 ਗਾਈਆਂ ਮੱਝਾਂ ਦੇ ਕੇ ਫਿਰ ਉਹ ਭੱਜ ਜਾਂਦੇ ਆ। ਉਹਨਾਂ ਤੇ ਡੰਡਾ ਨਹੀਂ ਨਾ ਹੈ, ਜਿੰਨਾ ਚਿਰ ਤੱਕ ਤੁਹਾਡੇ ਉੱਪਰੋਂ ਡੰਡਾ ਨਹੀਂ ਹੋਣਾ ਜੀ ਉਹਨਾਂ ਚਿਰ ਕੋਈ ਕੰਮ ਨਹੀਂ ਹੋਣਾ। ਪਰ ਮੈਂ ਕਹਿੰਦਾ ਜੀ ਅਸੀਂ ਤਾਂ ਛੱਡੀ ਹੋਈ ਅਸੀਂ ਸਰਕਾਰਾਂ ਵੱਲ ਨਹੀਂ ਝਾਕਦੇ। ਅਸੀਂ ਕੋਆਪਰੇਟਿਵ ਇੱਕ ਕਿਸਮ ਦੇ MSP ਆ, ਦੁੱਧ ਦੀ ਰੇਟ ਤੈਅ ਕਰਦੀ ਆ। ਜਿਹੜੇ ਆਪਾਂ ਰੌਲਾ ਪਾਇਆ ਨਾ 3 ਕਾਨੂੰਨਾਂ ਦਾ, ਦੁੱਧ ਦੇ ਵਿੱਚ ਇੱਕ ਕੋਆਪਰੇਟਿਵ ਆ। ਕੋਆਪਰੇਟਿਵ ਕਮਜ਼ੋਰ ਸੀ, ਸਾਡੇ ਆਰਗੇਨਾਈਜੇਸ਼ਨ 2007 ਉਹਦੀ ਮਦਦ ਕੀਤੀ, 5-6 ਲੱਖ ਲੀਟਰ ਤੋਂ ਅੱਜ 29 ਲੱਖ ਤੇ ਲੈ ਗਏ। ਪਰ ਅਸੀਂ ਕੋਆਪਰੇਟਿਵ ਦੀ ਬੈਲੈਂਸ ਸ਼ੀਟ ਤੇ ਹਮੇਸ਼ਾ ਨਿਗਾਹ ਰੱਖਦੇ ਹਾਂ। ਅਸੀਂ ਦੇਖਦੇ ਹਾਂ ਜੇ ਕੋਆਪਰੇਟਿਵ ਕੋਲ ਗੁੰਜਾਇਸ਼ ਆ, ਦੁੱਧ ਦਾ ਰੇਟ ਅਸੀਂ ਪ੍ਰੈਸ਼ਰ ਗਰੁੱਪ ਆ, ਸਾਡਾ 60% 55% ਦੁੱਧ ਉਹਦੇ ਵਿੱਚ ਸਾਡੀ ਆਰਗੇਨਾਈਜੇਸ਼ਨ ਦਾ, ਅਸੀਂ ਫਿਰ ਲੈਂਦੇ ਹਾਂ। ਠੀਕ ਹੈ ਜੀ। ਪਰ ਜੇ ਕੋਆਪਰੇਟਿਵ ਕਮਜ਼ੋਰ ਆ ਫਿਰ ਅਸੀਂ ਕਹਿੰਦੇ ਜੀ ਇਹਨੂੰ ਮਰ ਨਹੀਂ ਦੇਣਾ। ਜੇ ਮਰ ਗਿਆ ਤਾਂ ਸਾਰੇ ਫਾਰਮਰ ਮਰ ਜਾਣਗੇ। ਅੱਜ ਦੀ ਡੇਟ 'ਚ ਅਸੀਂ ਹਿੰਦੁਸਤਾਨ 'ਚ ਸਾਰਿਆਂ ਨਾਲੋਂ ਵੱਧ ਰੇਟ ਜੇ ਲੈ ਰਹੇ ਹਾਂ, ਤੇ ਕਿਉਂਕਿ ਕੋਆਪਰੇਟਿਵ ਨੇ ਜੇ 29 ਲੱਖ ਲੀਟਰ ਦੁੱਧ ਚੱਕਿਆ ਸਰਦੀਆਂ 'ਚ, ਤਾਂ ਜਿਹੜਾ ਅੱਗੇ ਵਾਲਾ 60 ਤੋਂ 65 ਲੱਖ ਲੀਟਰ ਨਾ, ਉਹ ਦੂਜੀਆਂ ਕੰਪਨੀਆਂ ਨੂੰ ਰੇਟ ਦੇਣਾ ਪੈਂਦਾ, ਕਿਉਂਕਿ ਕੋਆਪਰੇਟਿਵ ਨੇ ਉਹ ਦੇਤਾ। 25% ਦੁੱਧ ਨਾਲ 75% ਹੋਰ ਦਾ ਵੀ ਰੇਟ ਬਣ ਜਾਂਦਾ ਜੀ। ਕਾਰਨ ਜੀ ਸਾਡੀ ਆਰਗੇਨਾਈਜੇਸ਼ਨ ਸਟਰੋਂਗ ਆ, ਅਸੀਂ ਇਕੱਠੇ ਆ। ਸਾਨੂੰ ਤੋੜਨ ਦੀ ਬੜੀ ਕੋਸ਼ਿਸ਼ ਪਿਛਲੀਆਂ ਸਰਕਾਰਾਂ ਨੇ, ਸਾਡੀਆਂ 6 ਆਰਗੇਨਾਈਜੇਸ਼ਨਾਂ ਬਣਾਈਆਂ ਜੀ ਦੁੱਧ ਦੀਆਂ, ਸਾਡੀ ਆਰਗੇਨਾਈਜੇਸ਼ਨ ਤੋੜਨ ਦੀ। ਪਰ ਜਿਹੜੀਆਂ ਉਹ ਆਰਗੇਨਾਈਜੇਸ਼ਨਾਂ ਬਣੀਆਂ ਜੀ ਸਰਕਾਰੀ ਸੀਗੀਆਂ, ਸਰਕਾਰੀ ਲੋਕ ਉਹ ਫਾਰਮਰ ਵੀ ਫੇਲ ਹੋ ਗਏ, 20-25 ਬਣੇ ਸੀਗੇ ਜੀ। ਹੁਣ ਸਾਡੀ ਵੱਡੀ ਆਰਗੇਨਾਈਜੇਸ਼ਨ, ਸਾਡੇ ਬੰਦੇ ਨਹੀਂ ਕਿਸੇ ਨੂੰ ਤੋੜ ਸਕੇ। ਸਾਡਾ ਐਕਚੁਅਲ 'ਚ ਸਾਡਾ ਦਫ਼ਤਰ ਵੀ ਯੂਨੀਵਰਸਿਟੀ ਦੇ ਵਿੱਚ ਹੁੰਦਾ ਸੀ। ਸਾਨੂੰ ਪਹਿਲਾਂ ਅਸੀਂ 1972 ਯੂਨੀਵਰਸਿਟੀ ਨੇ ਬਣਾਈ ਸੀ। ਅਸੀਂ ਤਾਂ ਕਹਿੰਦੇ ਕੁੱਬੇ ਦੇ ਲੱਤ ਵਜੀ ਉਹਦਾ ਕੁੱਬ ਨਿਕਲ ਗਿਆ। ਸਾਡਾ ਕੁੱਬ ਕੀ ਨਿਕਲਿਆ, ਸਾਨੂੰ 2013 'ਚ ਯੂਨੀਵਰਸਿਟੀ 'ਚੋਂ ਕੱਢਤਾ। 2013 'ਚ ਯੂਨੀਵਰਸਿਟੀ 'ਚੋਂ ਕੱਢਤਾ। ਸਾਨੂੰ ਇਹ ਵੀ ਕਹਿਤਾ ਜੀ ਉਸ ਟਾਈਮ ਵੀ ਤੁਹਾਨੂੰ ਲੈਕਚਰਾਰ ਵੀ ਨਹੀਂ ਦੇਣੇ। ਮੈਂ ਕਿਹਾ ਜੀ ਗੁਨਾਹ ਤਾਂ ਦੱਸੋ ਕਿਹਦਾ ਕੀ ਆ ਵੀ ਜਿਹੜਾ ਤੁਸੀਂ ਕਹਿੰਦੇ ਆ ਲੈਕਚਰਾਰ ਵੀ ਨਹੀਂ ਦੇਣੇ, ਵੀ ਯੂਨੀਵਰਸਿਟੀ ਨੇ ਤਾਂ ਸਮਝਾਉਣਾ। ਅਸੀਂ ਤਾਂ ਕਿਸਾਨਾਂ ਨੂੰ ਸੱਦਦੇ ਆ, ਮੰਥਲੀ ਸੈਮੀਨਾਰ ਕਰਦੇ ਆ, ਖਾਣਾ ਖਿਲਾਉਂਦੇ ਆ, ਉਹਨਾਂ ਨੂੰ ਵਧੀਆ ਐਕਸਪਰਟ ਬਾਹਰੋਂ ਲੈ ਕੇ ਆਉਂਦੇ ਆ, ਤੇ ਤੁਸੀਂ ਐਕਸਪਰਟ ਤੁਸੀਂ ਕਹਿੰਦੇ ਨਹੀਂ ਜੀ ਤੁਹਾਨੂੰ ਹਾਲ ਵੀ ਨਹੀਂ ਦੇਣਾ। ਇਹੋ ਜਿਹੀ ਗੱਲ ਹੋਈ ਜੀ। ਅਸੀਂ ਹਾਲ ਜਾ ਕੇ PAU ਲੈ ਲਿਆ ਵੈਟਰਨਰੀ ਯੂਨੀਵਰਸਿਟੀ ਤੋਂ। PAU ਹੀ ਸਾਲ ਦੇ ਪੈਸੇ ਜਮ੍ਹਾਂ ਕਰਾਤੇ, 25,000 ਰੁਪਇਆ ਉਹਦਾ ਪਾਲ ਆਡੀਟੋਰੀਅਮ ਦਾ। BC ਸਾਹਿਬ ਸ਼ਾਇਦ ਮੇਰੀ ਗੱਲ ਸੁਣਨ ਵੀ, ਤੇ ਮੈਂ ਸਾਨੂੰ ਸਾਡਾ ਸਾਲ ਦੇ ਪੈਸੇ ਜਮ੍ਹਾਂ ਕਰਾਏ ਮੋੜ ਤੇ ਹੀ, ਤੇ ਮੈਂ BC ਸਾਹਿਬ ਕੋਲ ਚਲੇ ਗਿਆ, ਢਿੱਲੋਂ ਸਾਹਿਬ ਕੋਲ। ਤੇ ਮੈਂ ਢਿੱਲੋਂ ਸਾਹਿਬ ਵੀ ਸਾਨੂੰ ਕੀ ਗੁਨਾਹ ਕਰਤਾ, ਸਾਨੂੰ ਜਵਾਬ ਦਿੱਤਾ। ਕਹਿੰਦੇ ਯਾਰ ਮੇਰੀ ਉਧਰਲੇ VC ਨਾਲ ਨਾ ਬਹੁਤ ਦੇਰ ਬਾਅਦ ਬਣੀ ਆ, ਤੇ ਹੁਣ ਸਾਡੇ 'ਚ ਨਾ ਫਰਕ ਮਤਲਬ ਆਪਸ ਵਿੱਚ। ਮੈਂ ਕਿਹਾ ਜੀ ਉਹਨਾਂ ਨੇ ਕਹਿਤਾ ਤੁਹਾਨੂੰ? ਨਹੀਂ ਉਹਨਾਂ ਨੇ ਨਹੀਂ ਕਿਹਾ। ਫਿਰ ਮੈਂ ਕਿਹਨੇ ਕਹਿਤਾ? ਨਹੀਂ ਦਲਜੀਤ ਸਿੰਘ ਤੂੰ ਇਹ ਗੱਲ। ਮੈਂ ਕਿਹਾ ਜੀ ਨਹੀਂ ਤੁਸੀਂ ਜ਼ਿਮੀਂਦਾਰ ਦੀ ਗੱਲ ਕਰਦੇ ਹੋ ਸਟੇਜ 'ਤੇ ਖੜ੍ਹ ਕੇ। ਅੱਜ ਜ਼ਿਮੀਂਦਾਰ ਨੂੰ ਜਦੋਂ ਸਿੱਖਿਆ ਦਿੱਤੀ ਜਾਂਦੀ, ਉੱਥੇ ਜ਼ਿਮੀਂਦਾਰ ਨੂੰ ਹੌਲ ਦੇਣ ਤੋਂ ਮਨਾ ਕਰਦੇ ਹੋ। ਮੈਂ ਕਿਹਾ ਜੀ ਇਹ ਤੁਹਾਡੀ ਗੱਲ ਸਹੀ ਨਹੀਂ ਹੈ। ਠੀਕ ਹੈ ਜੀ। ਮੈਂ ਕਿਹਾ ਜੀ ਮੈਂ ਤੁਹਾਡੇ ਮੂੰਹ 'ਤੇ ਕਹੂੰਗਾ। ਹਾਂਜੀ, ਮੈਂ ਅਮੁਲ ਦੇ ਪਲਾਂਟ ਵਿਜ਼ਿਟ ਕਰਕੇ ਆਨੰਦ ਜਾ ਕੇ ਡਾਕਟਰ ਕੁਰੀਅਨ ਦੀ ਜ਼ਿੰਦਗੀ ਬਾਰੇ ਪੜ੍ਹਿਆ, ਔਰ ਮੈਨੂੰ ਮੇਰਾ ਇਹ ਹਮੇਸ਼ਾ ਹੁੰਦਾ ਸੀ ਕਿ ਪੰਜਾਬ 'ਚ ਕਿਉਂ ਅਸੀਂ ਡਾਕਟਰ ਕੁਰੀਅਨ ਪਏ। ਮੈਨੂੰ ਅੱਜ ਤੁਹਾਡੇ ਤੋਂ ਆਸ ਜਾਗ ਰਹੀ ਹੈ ਸਦਰਪੁਰਾ ਸਾਹਿਬ। ਨਹੀਂ ਚਲੋ ਵਾਹਿਗੁਰੂ ਨੇ, ਅਸੀਂ ਤਾਂ ਜੀ ਦੇਖੋ ਸਾਨੂੰ ਤਾਂ ਐਂ ਆ ਵੀ ਅਸੀਂ ਭਾਵਨਾ ਮਨ 'ਚ ਵੀ ਅਸੀਂ ਆਪਣੇ ਲੋਕਾਂ ਨੂੰ ਖੜੇ ਕਰਨਾ। ਠੀਕ ਹੈ ਜੀ। ਦੱਸੋ ਮੂਲ ਡਿਫਰੈਂਸ, ਉਹ ਇੰਨਾ ਕਾਮਯਾਬ ਕਿਉਂ ਹੈ? ਅਮੁਲ ਵਰਗਾ ਜੋ ਕਾਮਯਾਬ ਕਰ ਗਏ, ਇੱਥੇ ਅਸੀਂ ਵੇਰਕਾ ਨੂੰ ਉਸ ਲੈਵਲ ਤੇ ਕਿਉਂ ਨਹੀਂ ਲੈ ਜਾ ਰਹੇ? ਉੱਥੇ 2 ਚੀਜ਼ਾਂ ਦੇ ਫਰਕ ਆ ਜੀ। ਅਮੁੱਲ ਕਾਮਯਾਬ ਆ, ਕਿਸਾਨ ਨਾ ਕਾਮਯਾਬ ਆ। ਉੱਥੇ 2 ਚੀਜ਼ਾਂ ਵਾ। ਪੰਜਾਬ ਦੇ ਵਿੱਚ ਕਿਸਾਨ ਕਾਮਯਾਬ ਆ, ਮਿਲਕਫੈਡ ਕਮਜ਼ੋਰ ਆ। ਉਹ ਸੈਂਟਰ ਸਰਕਾਰਾਂ ਦੀ ਪਾਲਿਸੀਆਂ ਨੇ। ਠੀਕ ਹੈ ਜੀ। ਉਹਨੂੰ ਬੇਤਹਾਸ਼ਾ ਪਹਿਲਾਂ ਫੰਡਿੰਗ ਹੋਈ ਆ। ਠੀਕ ਹੈ ਜੀ। ਉੱਥੇ ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ ਆ, ਉਹਨੇ ਵੀ ਉਹਨੂੰ ਫੰਡਿੰਗ ਕੀਤੀ ਆ। ਉਹ ਤਕੜਾ ਇੰਨਾ ਕਰਤਾ। ਵੇਰਕਾ ਸਾਡਾ ਕਦੇ ਉਹ ਤਕੜਾ ਹੁੰਦਾ ਜੀ ਉਦੋਂ। ਠੀਕ ਹੈ ਜੀ। ਉੱਥੇ ਅਮੁੱਲ ਦੀ ਜਿਹੜੀ ਆਰਗੇਨਾਈਜੇਸ਼ਨ ਬਹੁਤ ਮਜ਼ਬੂਤ ਆ, ਪਰ ਫਾਰਮਰ ਦਾ ਬਹੁਤ ਮਾੜਾ ਹਾਲ ਆ। ਠੀਕ ਹੈ ਜੀ। ਉਹ ਫਾਰਮਰ ਦਾ ਠੀਕ ਹੈ ਜੀ, ਉਹ ਫਾਰਮਰ ਛੋਟਾ, ਕਿਉਂਕਿ ਹੁਣ ਉਹ ਲਿਜਾਂਦੇ ਉਨੇ ਕੁ ਥਾਵਾਂ ਤੇ ਨਾ ਸਾਨੂੰ ਮਿਲਾਏ ਫਾਰਮਰਸ, ਔਰ ਉਹ ਫਾਰਮਰ ਜਿਹੜੇ ਠੀਕ ਆ ਉਹ ਕਰਦੇ ਆ ਜੀ, ਪਰ ਉਹ ਵੀ ਕਦੇ ਫਾਰਮਰ ਉਹਨਾਂ ਨੂੰ ਸਵਾਲ ਖੜਾ ਕਰੇ ਉਹ ਵੀ ਨਹੀਂ ਕਰਨ ਦਿੰਦੇ ਜੀ। ਉਹ ਸਿਰਫ ਉਹਨਾਂ ਕੀ ਫਾਰਮਰ 5 ਕਿਲੋ ਦੁੱਧ ਪਾ ਲਿਆ, 3 ਕਿਲੋ ਪਾ ਲਿਆ, 2 ਕਿਲੋ, ਇੰਨੇ ਕੁ ਨਾਲ ਕੀ ਗੁਜ਼ਾਰਾ ਹੋ ਜਾਂਦਾ ਜੀ। ਵੱਡੇ ਫਾਰਮ ਉੱਥੇ ਬਣ ਨਹੀਂ ਦਿੱਤੇ ਜੀ, ਜਾਂ ਬਣੇ ਨਹੀਂ, ਜਾਂ ਲਾ ਲਓ ਉਹਨਾਂ ਦੀ ਪਾਲਿਸੀਆਂ ਹੋਣਗੀਆਂ। ਪਰ ਪੰਜਾਬ ਦੇ ਵਿੱਚ ਡੇਅਰੀ ਫਾਰਮ ਇੱਥੇ ਵੇਰਕਾ ਨੂੰ ਖੜਾ, ਵੇਰਕਾ ਦੇ ਉਹਦੇ 'ਚ ਡਿਫਰੈਂਸ ਇੰਨਾ ਕਿ ਜੇ ਆਰਗੇਨਾਈਜੇਸ਼ਨ ਲੈਵਲ 'ਤੇ ਉੱਥੇ ਰਾਜਨੀਤੀ ਘੱਟ ਆ, ਪਹਿਲਾਂ ਹੈ ਹੀ ਨਹੀਂ ਸੀ। ਸਾਡੇ ਮਿਲਕਫੈਡ 'ਚ ਇੰਨੀ ਜ਼ਿਆਦਾ ਰਾਜਨੀਤੀ ਆ। ਇੱਥੇ
ਜਿੰਨੇ ਵੀ ਮੇਰੀ ਬਹੁਤ ਵਾਰ ਲੜਾਈ ਹੋਈ ਜੀ। ਮੈਂ ਮੇਰੇ ਆਈਏਐਸ ਅਫਸਰਾਂ ਨਾਲ ਬਹੁਤ ਲੜਾਈ ਹੋ ਜਾਂਦੀ, ਮੇਰੀ ਸੀਐਮ ਸਾਹਿਬ ਸਾਹਮਣੇ ਬਹੁਤ ਲੜਾਈ ਹੋਈ, ਮੈਂ ਬਾਦਲ ਸਾਹਿਬ ਸਾਹਮਣੇ ਵੀ ਲੜ ਪੈਂਦਾ। ਮੈਂ ਇਮੋਸ਼ਨਲ ਬੰਦਾ, ਠੀਕ ਹੈ ਜੀ, ਮੈਂ ਲੜ ਪੈਂਦਾ ਸੀ। ਮੈਨੂੰ ਤਾਂ ਕਈ ਵਾਰ ਐਂ ਵੀ ਬਾਦਲ ਸਾਹਿਬ ਕਾਕਾ ਕੀ ਖਾ ਕੇ ਆਇਆ, ਮੈਨੂੰ ਮਤਲਬ ਐਂ ਲੜਾਈ ਵੀ ਹੋ ਜਾਂਦੀ, ਕਿਉਂਕਿ ਮੈਨੂੰ ਕੋਈ, ਮੈਂ ਜਿਹਦੇ ਮੂਹਰੇ ਬੈਠਾ ਮੈਨੂੰ ਕੋਈ ਪਰਵਾਹ ਨਹੀਂ, ਮੈਂ ਆਪਣੇ ਲੋਕਾਂ ਦੀ ਗੱਲ ਕਰਦਾ, ਮੈਂ ਆਪਣੇ ਧੰਦੇ ਦੀ ਗੱਲ ਕਰਦਾ, ਫਿਰ ਮੈਂ ਮੇਰੇ ਲਈ ਮੂਹਰੇ ਬੈਠਾ ਮੇਰੇ ਲਈ ਕੋਈ ਮਾਇਨੇ ਨਹੀਂ ਰੱਖਦਾ। ਅਤੇ ਮੈਂ ਹਮੇਸ਼ਾ ਅਸੀਂ ਗੱਲ ਕਰਦੇ ਸੀਗੇ ਜਦੋਂ ਆਪਦੀ ਮੇਰੇ ਵਿੱਚੋਂ ਗੱਲ ਕਰਦੇ ਕਰਦੇ ਭੁੱਲ ਗਏ ਕਿ ਤੁਸੀਂ ਅਮੁਲ ਦੇ ਨਾਲ ਅਸੀਂ ਵੇਰਕਾ ਤੇ ਅਮੁਲ ਦਾ ਕਿਉਂ ਤੁਸੀਂ ਕਿਹਾ ਕਿ ਉੱਥੇ ਫਾਰਮਰ ਜਿਹੜਾ ਉਹ ਕਮਜ਼ੋਰ ਹੈ ਤੇ ਵੇਰਕਾ ਦੀ ਗੱਲ ਸੀ। ਹਾਂਜੀ, ਪੋਲੀਟਿਕਸ ਦੀ ਵੀ ਉੱਥੇ ਕੀ ਹੋਇਆ ਜੀ, ਇੱਥੇ ਆਪਣੇ ਜਿਹੜੇ ਵੀ ਕੋਆਪਰੇਟਿਵ ਦੇ ਨੁਮਾਇੰਦੇ ਚੁਣ ਕੇ ਆਉਂਦੇ ਆ, ਮਤਲਬ ਤੁਹਾਡੀ ਇੰਟਰਵਿਊ ਸੁਣ ਕੇ ਫਿਰ ਮੇਰੇ ਅਸੀਂ ਹੁਣ ਪਿਛਲੇ 10 ਸਾਲ ਤੋਂ 8 ਸਾਲ ਤੋਂ ਬੋਲੇ ਨਹੀਂ, ਉਹਨਾਂ ਵਿੱਚ ਜ਼ਿਆਦਾਤਰ ਨੁਮਾਇੰਦੇ ਆ ਨਾ ਜੀ, ਉਹਨਾਂ ਦੇ ਘਰੇ ਦੁੱਧ ਮੱਝ ਗਾਂ ਨਹੀਂ ਹੁੰਦੀ, ਉਹ ਨੁਮਾਇੰਦੇ ਜਾਣਦੇ ਆ ਫਾਰਮਰਾਂ ਦੇ ਬਣ ਕੇ, ਠੀਕ ਹੈ ਜੀ। ਹੁਣ ਉਹਨਾਂ ਨੇ ਕੀ ਡਿਸੀਜਨ ਲੈਣੇ ਆ, ਠੀਕ ਹੈ ਜੀ, ਜਿਨ੍ਹਾਂ ਨੂੰ ਪਤਾ ਕੁਛ ਨਹੀਂ, ਠੀਕ ਹੈ ਜੀ। ਇਹ ਜ਼ਰੂਰ ਆ ਵੀ ਮਿਲਕ ਫੈਡ ਤੇ ਸਾਡਾ ਅਨਅਫੀਸ਼ੀਅਲੀ ਕਬਜ਼ਾ ਇਹ ਹੁੰਦਾ ਕਿ ਸਾਡੀ ਜੇਬ 'ਚ ਦਾਣੇ ਆ, ਦੁੱਧ ਸਾਡੇ ਕੋਲ ਆ, ਠੀਕ ਹੈ ਜੀ। ਸਾਡਾ ਇੱਕ ਪੱਤਰਕਾਰ ਹੁਣ ਵਿਚਾਰੇ ਨੂੰ ਪਤਾ ਨਹੀਂ ਸੀ ਅੰਦਰ ਸਵਾਲ ਕੀ ਕਰਾਂ, ਸ਼ਹਿਰੀ ਮੇਰੇ ਵਰਗਾ, ਤੇ ਉਹ ਝੋਟਿਆਂ ਦੇ ਮੁਕਾਬਲੇ ਜਾ ਕੇ ਕਹਿੰਦਾ ਵੀ ਦੁੱਧ ਕਿੰਨਾ ਕਿਤੇ। ਬਿਲਕੁਲ ਇਹੀ ਗੱਲ ਆ ਜੀ, ਇਹੀ ਗੱਲ ਹੋ ਜਾਂਦੀ ਹੈ। ਇਹ ਗੱਲ ਆ, ਮੈਂ ਤੁਹਾਨੂੰ ਦੱਸਾਂ ਪਾਲਿਸੀਆਂ ਉਹ ਬਣਾਉਂਦੇ ਆ ਜਿਨ੍ਹਾਂ ਨੂੰ ਇਹ ਜਿਹੜਾ ਝੋਟੇ ਨੂੰ ਦੇਖ ਕੇ ਪੁੱਛੀ ਜਾਂਦਾ ਵੀ ਦੁੱਧ ਕਿੰਨਾ। ਮੈਂ ਮੇਰੀ ਇੱਕ ਆਦਤ ਆ, ਮੈਂ ਨਾਂ ਲੈ ਦਿੰਦਾ ਹੁੰਦਾ, ਚਾਹੇ ਮੈਨੂੰ ਕੋਈ ਔਖਾ ਹੋ ਜੇ, ਮੈਂ ਤੁਹਾਨੂੰ ਇੱਕ ਨਾਂ ਲੈਣਾ ਅੱਜ, ਠੀਕ ਹੈ। ਮੇਰੀ ਇੱਕ ਲੜਾਈ ਅੱਜ ਤੋਂ 8 ਸਾਲ ਪਹਿਲਾਂ ਹੋਈ ਅਜਮੇਰ ਸਿੰਘ ਭਾਗਪੁਰ ਨਾਲ, ਠੀਕ ਹੈ ਜੀ। ਉਹ ਮੇਰੇ ਫਾਦਰ ਦੇ ਬਹੁਤ ਨੇੜੇ ਦੇ ਫਰੈਂਡ ਸੀਗੇ, ਵਿਚਾਰਾਂ ਦਾ ਟਕਰਾਅ ਹੋ ਗਿਆ। ਮੈਂ ਉਹਨੂੰ ਕਹਿ ਬੈਠਾ ਜੀ, ਮੈਂ ਕਿਹਾ ਜੀ ਮਤਲਬ ਮੈਂ ਸਟੇਜ 'ਤੇ ਉਹ ਵੀ ਬੈਠੇ ਸੀ, ਅਤੇ ਮੈਂ ਕਿਹਾ ਜੀ ਮਤਲਬ ਘੱਟੋ ਘੱਟ ਇਹਦੇ 'ਚ ਰਾਜਨੀਤੀ ਨਿਕਲਣੀ ਚਾਹੀਦੀ ਹੈ ਵੀ ਸਾਡੇ ਕਈ ਬੰਦੇ ਦੇ ਘਰੇ ਬੱਕਰੀ ਵੀ ਨਹੀਂ ਹੁੰਦੀ, ਸਾਡਾ ਚੇਅਰਮੈਨ ਬਣ ਜਾਂਦਾ। ਮੇਰੇ ਨਾਲ ਲੜ ਪਏ ਜੀ, ਫਿਰ ਸਾਡੀ ਲੜਾਈ ਇੰਨੀ ਕੁ ਵੱਧ ਗਈ, ਉਹ ਜੀਐਮ 'ਤੇ ਪਰਚਾ ਕਰਾਤਾ ਉਹਨਾਂ ਨੇ ਇੱਥੇ। ਫਿਰ ਅਸੀਂ ਜੀਐਮ ਦੇ ਪਰਚਾ ਕਰਾਉਣ, ਅਸੀਂ ਲੁਧਿਆਣਾ ਮੂਹਰੇ ਹਾਈਵੇ ਫਿਰੋਜ਼ਪੁਰ ਜਾਮ ਕਰਤਾ ਰੋਡ, ਠੀਕ ਹੈ ਜੀ। ਅਸੀਂ ਪਰਚਾ ਉਹਨਾਂ ਦੇ ਇਨਕੁਆਇਰੀ ਲਾ ਕੇ ਕਢਾਇਆ ਜੀ, ਬਾਬਾ ਰੌਲਾ ਪਿਆ ਸਾਡਾ ਉਦੋਂ ਜੀ। ਉਹ ਸਾਡੇ ਜਦੋਂ ਵੀ ਜਾਂਦੇ ਜਿਹੜੇ ਪਿੰਡ, ਉਹ ਮੇਰਾ ਨਾਂ ਲੈ ਕੇ PDF ਵਾਲੇ ਚੋਰ, PDF ਲੈ ਉਹ ਕਿਉਂਕਿ ਉਹ ਆਪਦੇ ਕੱਢਦੇ ਸੀ। ਅੱਜ ਵੀ ਮੈਂ ਕਹਿੰਦਾ ਉਹ ਸੁਣਨਗੇ ਮੇਰੀ ਗੱਲ, ਠੀਕ ਹੈ ਜੀ, ਉਹ ਸੁਣੀ ਜਾਣ ਜੀ, ਮੈਨੂੰ ਪਰਵਾਹ ਨਹੀਂ, ਮੈਂ ਨਾਂ ਵੀ ਲੈ ਦਿੰਦਾ ਜੀ, ਮੈਨੂੰ ਕੀ ਡਰ ਆ, ਮੇਰੇ ਜਿਹਨੇ ਵਿਗਾੜਨਾ ਵਿਗਾੜ ਲਏ ਕੁਛ। ਅਸੀਂ ਗੱਲ ਅਸੀਂ ਸੱਚੀ ਕਰਦੇ। ਸਾਡੇ ਜਿੱਦਾਂ ਕਾਣ ਹੋਊਗੀ, ਜਿੱਦਣ ਦਲਜੀਤ ਸਿੰਘ PDF ਦਾ ਰੁਪਈਆ ਖਾਊਗਾ, ਉਦਣ ਦਲਜੀਤ ਸਿੰਘ ਨਾ ਦਾ ਪ੍ਰਧਾਨ ਹੋਊਗਾ ਤੇ ਨਾ ਕਿਸੇ ਬਾਰੇ ਗੱਲ ਕਹਿ ਸਕੂਗਾ। ਦਲਜੀਤ ਸਿੰਘ ਨੂੰ ਜਿੱਦਣ ਪ੍ਰਧਾਨ ਬਣਾਇਆ ਉਦੋਂ 15,000 ਰੁਪਏ ਦੀ ਆਰਗੇਨਾਈਜੇਸ਼ਨ ਸੀ ਸਾਡੀ 2002 'ਚ। ਅੱਜ ਅਸੀਂ ਕਰੋੜਾਂ ਦੇ ਮੇਲੇ ਲਾਉਂਦੇ ਹਾਂ, ਠੀਕ ਹੈ ਜੀ। ਕਿਸੇ ਤੋਂ ਪੈਸਾ ਨਹੀਂ ਲਿਆ, ਕਿਸੇ ਫਾਰਮਰ ਤੋਂ ਪੈਸਾ ਨਹੀਂ ਲਿਆ। ਇੱਕ ਸੋਚ ਸੀ ਵੀ ਅਸੀਂ ਸਟੇਟਸ ਬਣਾਉਣਾ ਆਪਣਾ, ਅਸੀਂ ਆਪ ਨੂੰ ਕਮਰਸ਼ੀਅਲ ਤੌਰ 'ਤੇ ਖੜਾ ਕਰਨਾ, ਆਰਗੇਨਾਈਜੇਸ਼ਨ ਨੂੰ ਤਕੜਾ ਕਰਨਾ। ਅਸੀਂ ਕਹੇ ਜਿਹੜੇ ਸਾਡੇ ਕੋਲ ਕਮਾਈ ਕਰਕੇ ਜਾਂਦੀਆਂ ਕੰਪਨੀਆਂ, ਅਸੀਂ ਉਹਨਾਂ ਨੂੰ ਫੜਿਆ, ਤੁਹਾਨੂੰ ਫ੍ਰੀ ਕੁਛ ਨਹੀਂ ਦੇਣਾ, ਤੁਸੀਂ 2 ਮਿੰਟ ਦੀ ਮਸ਼ਹੂਰੀ ਵੀ ਤੁਸੀਂ ਕਰਨੀ ਹੈ ਨਾ, ਸਾਨੂੰ ਪੈਸੇ ਪੇ ਕਰੋ, ਸਾਡੇ ਮੁੰਡਿਆਂ ਨੂੰ ਰੋਟੀ ਖਿਲਾਓ, ਠੀਕ ਹੈ। ਤੁਸੀਂ ਮੇਲੇ 'ਚ ਆਓ, ਸਟਾਲ ਤੁਹਾਨੂੰ 10 ਗੁਣਾ ਮਹਿੰਗੀ ਦੇਵਾਂਗੇ, ਤਾਂ ਇੱਥੇ ਨਹੀਂ ਥੋੜ੍ਹਾ ਬਾਈਕਾਟ ਕਰਾਂਗੇ ਸਾਰਾ ਸਾਲ। ਸਾਡੇ ਸੰਗਠਨ ਦਾ ਅਸੀਂ ਕਹਿੰਦੇ ਜਿਹੜੀ ਪਹਿਲਾਂ ਅਸੀਂ ਮੇਲਾ ਜੋ ਕਾਮਯਾਬ ਕੀਤਾ, ਪਹਿਲੇ 2 ਸਾਲ ਅਸੀਂ ਤੁਸੀਂ ਬਦਮਾਸ਼ੀ ਲਾ ਲਓ, ਜੋ ਮਰਜ਼ੀ ਲਾ ਲਓ, ਅਸੀਂ ਇੱਕੋ ਸਾਡਾ ਮੇਲਾ ਮੈਂ ਸਰਕਾਰ ਦੀਆਂ ਮਿਹਨਤਾਂ ਕਰ ਲਈਆਂ। ਮੈਂ ਕਿਹਾ ਜੀ ਮੈਂ 2006 ਦੇ ਵਿੱਚ ਦੀ ਮੇਲੇ ਦੀ ਕਹਾਣੀ ਆ, ਮੈਂ 2006 'ਚ ਮੈਡੀਸਨ ਗਿਆ ਅਮਰੀਕਾ, ਮੇਲਾ ਦੇਖਿਆ, ਆਹੀ ਚੀਜ਼ ਸਮਝ ਜਿਵੇਂ ਮੈਂ ਕਿਹਾ ਯਾਰ ਵੀ ਅਸੀਂ ਵੀ ਇਹੋ ਜਿਹਾ ਮੇਲਾ ਕਰਾਂਗੇ, ਅਸੀਂ ਵੀ ਮਤਲਬ ਸਾਡੀ ਵੀ ਉੱਥੇ ਗਾਂ ਵਿਕ ਰਹੀ ਸੀ 20 ਲੱਖ ਦੀ 25 ਲੱਖ ਦੀ, ਅਤੇ ਮੈਂ ਯਾਰ ਵੀ ਸਾਡੇ ਵੀ ਫਾਰਮਰ ਹੈ, ਬਰੀਡਰ ਹੈ, ਗਾਂ ਵੇਚ ਲੈਣ, ਵੀ ਅਸੀਂ ਵੀ ਐਂ ਕਰੀਏ। ਮੈਂ ਆ ਕੇ ਆਪਣੀ ਟੀਮ ਨਾਲ ਗੱਲ ਕੀਤੀ ਅਤੇ ਅਸੀਂ ਜੀ ਸਰਕਾਰ ਦੀਆਂ ਸਾਲ ਮਿਹਨਤਾਂ ਕਰਨ ਲੱਗ ਗਏ। ਜਗਮੋਹਨ ਸਿੰਘ ਕੰਗ ਮਿਨਿਸਟਰ ਹੁੰਦੇ ਸੀਗੇ, ਅਸੀਂ ਜੀ ਜਾਇਆ ਕਰੀਏ। ਕੰਗ ਸਾਹਿਬ ਨਾਲ ਮੇਰੀ ਬੜੀ ਵਧੀਆ ਪਿਆਰ ਵੀ ਸੀ, ਪਰ ਸਾਡੇ ਪੱਲੇ ਪੁੱਲੇ ਕੱਖ ਨਾ ਪਿਆ ਜੀ। ਅਸੀਂ ਯੂਨੀਵਰਸਿਟੀ ਸਾਡੇ ਜਦੋਂ ਪ੍ਰੋਗਰਾਮ ਹੁੰਦੇ ਸੀ, ਮੈਂ ਆ ਕੇ ਮੈਂ ਕਿਹਾ ਯਾਰ ਵੀ ਆਪਾਂ ਨਾ ਜਿਵੇਂ ਗੁਰੂ ਸਾਹਿਬ ਬੋਲਣ ਜਾਂਦਾ, ਮੈਂ ਕਿਹਾ ਵੀ 6, 7, 8 ਮਾਰਚ ਨੂੰ ਆਪਾਂ ਮੇਲਾ ਕਰਾਵਾਂਗੇ ਅਤੇ ਪੈਸੇ ਸਾਡੇ ਕੋਲ 15,000 ਹੀ, ਅਤੇ ਚਾਹੇ ਤਰੀਕਾਂ ਵਾਲੇ ਚੌਂਕ 'ਚ ਕਰਾਈਏ, ਠੀਕ ਹੈ ਜੀ। ਇਹ ਕਹਿ ਕੇ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ, ਤੁਰ ਪਏ। ਡਾਕਟਰ ਕਾਲਕਟ ਤੋਂ ਪੈਸੇ ਲਏ, ਫਾਰਮਰ ਕਮਿਸ਼ਨ ਤੋਂ, DS ਬੈਸ ਹੁੰਦੇ ਉਹਨਾਂ ਕੋਲੋਂ ਪੈਸੇ ਲਏ, ਨੈਸਲੇ ਤੋਂ ਥੋੜ੍ਹੇ ਪੈਸੇ ਲਏ। ਫਿਰ ਅਸੀਂ ਕਿਹਾ ਵੀ ਇੰਨੇ ਕੁ ਨਾਲ ਸਾਡੇ ਨਾਮ ਵੀ ਨਹੀਂ ਪੂਰੇ ਹੋਣੇ। ਫਿਰ ਅਸੀਂ ਸਾਰੀਆਂ ਕੰਪਨੀਆਂ ਬੁਲਾਈਆਂ ਜਿਹੜੀਆਂ ਡੇਅਰੀ ਸੈਕਟਰ ਦੀਆਂ ਸੀ। ਉਦੋਂ PAU ਦੀ ਜਿਹੜੀ ਛੋਟੀ ਸਟਾਲ 8-9 ਹਜ਼ਾਰ ਦੀ ਹੁੰਦੀ ਸੀ, ਅਸੀਂ ਉਹ ਰੱਖੀ 18,000 'ਚ। ਉਹ ਕਹਿੰਦੇ ਜੀ ਤੁਸੀਂ ਪਹਿਲਾ ਮੇਲਾ ਕਰਾਉਣ ਲੱਗੇ, ਹੋਣਾ ਵੀ ਕਿ ਨਹੀਂ ਹੋਣਾ, ਤੁਸੀਂ ਰੇਟ ਇੰਨਾ ਰੱਖ ਲਿਆ। ਮੈਂ ਕਿਹਾ ਯਾਰ ਅਸੀਂ ਮੇਲਾ ਵੀ ਕਿੱਥੋਂ ਕਰਾਉਣਾ, ਸਾਡੇ ਕੋਲ ਤਾਂ ਜੇਬ 'ਚ ਕੁਛ ਨਹੀਂ ਹੈਗਾ। ਅਸੀਂ ਤਾਂ ਮਸ਼ਹੂਰੀ ਲਈ ਅਸੀਂ ਆਪਣੇ ਜ਼ਿਲ੍ਹਾ ਪ੍ਰਧਾਨ ਨੂੰ ਕਿਹਾ ਵੀ ਲੱਖ ਰੁਪਇਆ ਪਾਓ,
ਇੱਕ ਤਾਂ 50-50 ਹਜ਼ਾਰ ਜਿਹੜੇ ਜਿਹੇ ਜੀ ਗੁੰਜਾਇਸ਼ ਵਾਲਾ 50 ਲੱਖ ਅਸੀਂ ਆਪ ਪਾ ਲਿਆ 50-50 ਹਜ਼ਾਰ ਮੇਲਾ ਕਰਾਉਣਾ ਪੈਸੇ ਘੱਟਦੇ ਪਏ ਵੇਲਾ ਕਦੇ ਤੁਹਾਨੂੰ ਪਤਾ ਢਾਂਚਾ ਬਹੁਤ ਵੱਡਾ ਖੜਾ ਕਰਨਾ ਪੈਂਦਾ। ਮੈਂ ਕਿਹਾ ਜੀ ਜਿਹੜੀ ਕੰਪਨੀ ਸਾਡੇ ਮੇਲੇ 'ਚ ਡੇਅਰੀ ਸੈਕਟਰ ਵਾਲੀ ਨਾ ਆਈ ਉਹਦਾ 1 ਸਾਲ ਲਈ ਬਾਈਕਾਟ। ਉਹਨੂੰ ਸਾਰੇ ਫਾਰਮਰਾਂ ਨੂੰ ਸਾਡਾ ਸੈਮੀਨਾਰ ਸੀ ਉਹ 'ਚ ਮੈਂ ਕਿਹਾ ਵੀ ਜਿਹੜੇ ਫਾਰਮਰ ਨੇ ਵਾੜਿਆ ਉਹ ਫਾਰਮਰ ਦਾ ਬਾਈਕਾਟ, ਠੀਕ ਹੈ। ਤੇ ਜਿਹੜੀ ਕੰਪਨੀ ਨਾ ਆਈ ਉਹਨੂੰ ਅਗਲੇ ਸਾਲ 18 ਵਾਲੀ ਜਿਹੜੀ ਸਟਾਲ ਆ ਉਹਦਾ 36,000 ਰੁਪਈਆ ਜੁਰਮਾਨਾ, ਠੀਕ ਹੈ ਜੀ, ਮਾਫੀ ਪੱਤਰ, ਫਿਰ ਉਹਨੂੰ ਐਂਟਰ ਕਰਾਂਗੇ, ਨਹੀਂ ਕਰਨੇ ਦੇਣਾ। 4 ਸਟਾਲਾਂ 4 ਦੀ ਚੀਕਾਂ ਕਢਾਈਆਂ ਜੀ। ਫਿਰ ਜਿਹੜੇ 2 ਸਾਲ ਇਹ ਕੀਤਾ, ਤੀਜੇ ਸਾਲ ਵਾਹਿਗੁਰੂ ਨੇ ਇੰਨੀ ਮਿਹਰ ਕੀਤੀ ਅਸੀਂ ਜੀ ਜਿੱਦਣ ਸਟਾਲਾਂ ਕਹਿੰਦੇ ਲੜ ਕੇ ਨਾ ਲੋਕ 15 ਦਿਨ ਸਾਡੀ ਸਟਾਲਾਂ ਬੁੱਕ ਜਾਂਦੀਆਂ ਕਿਉਂਕਿ ਇਹਦੇ ਬਿਜ਼ਨਸ ਮਿਲਦਾ। ਹਿੰਦੁਸਤਾਨ ਦੇ ਡੇਅਰੀ ਫਾਰਮਰ ਆਉਂਦੇ, ਤੁਸੀਂ ਦੇਖੋ ਕੱਲ ਗੁਜਰਾਤ ਮਹਾਰਾਸ਼ਟਰ ਤੁਸੀਂ ਦੇਖੋ ਟੋਪੀਆਂ ਵਾਲੇ, ਕੋਈ ਕਿੱਥੋਂ ਵਾਲੇ ਜੀ, ਕੋਈ ਮਤਲਬ ਭਰਿਆ ਪਿਆ ਜੀ ਇੱਥੇ। ਤੁਸੀਂ ਦੇਖੋ ਸਾਡਾ ਆਪਣੇ ਮੇਲਾ ਹਯਾਤ, ਰੈਡੀਸਨ ਬਲੂ, ਕੀਜ਼, ਜਿੰਨੇ 3 ਸਟਾਰ 4 ਸਟਾਰ ਮੁੱਲਾਪੁਰ ਦੇ, ਜਗਰਾਉਂ ਦੇ, ਮੋਗੇ ਦੇ ਸਾਰੇ ਹੋਟਲ ਬੁੱਕ ਹੁੰਦੇ 3 ਦਿਨ। ਇਹਨੂੰ ਕਹਿੰਦੇ ਜੀ ਏਸ਼ੀਆ ਦਾ, ਅਸੀਂ ਕਹਿੰਦੇ ਵਰਲਡ ਡੇਅਰੀ ਐਕਸਪੋ, ਸਾਡਾ ਇਹ ਡੇਅਰੀ ਐਕਸਪੋ ਔਰ ਕਿਸਾਨਾਂ ਦੁਆਰਾ। ਪਰ ਇਹ ਕਿਉਂ ਹੋਇਆ ਜੀ? ਬਿਲਕੁਲ ਸਾਡੇ 'ਚ ਕੋਈ ਜਾਨ ਨਹੀਂ ਗਈ। ਅਸੀਂ ਗੁਰੂ ਸਾਹਿਬ ਦਾ ਹਮੇਸ਼ਾ ਮੋਟਾ ਆਸਰਾ ਲੈ ਕੇ ਚੱਲਦੇ ਹਾਂ, ਵਾਹਿਗੁਰੂ ਦਾ, ਅਤੇ ਉਹੀ ਕਰਾਉਂਦਾ ਅਤੇ ਉਹੀ ਕਰਦਾ। ਅਰਦਾਸ ਕਰ ਲਈ, ਜਿੱਦਣ ਅਰਦਾਸ ਕਰਦੇ ਅਸੀਂ ਪਾਠ ਕਰਾਉਂਦੇ ਹਾਂ, ਸਾਡੀਆਂ ਸਟਾਲਾਂ ਉਦੋਂ ਤੜ ਹੋ ਜਾਂਦੀਆਂ ਜੀ। ਇਹ ਸਾਰਾ ਕੁਝ ਉਹਦਾ ਵਰਤਾਰਾ ਜੀ। ਜਿੱਦਣ ਅਸੀਂ ਗਲਤ ਕਰਾਂਗੇ, ਜਿੱਦਣ ਅਸੀਂ ਬੇਈਮਾਨੀ ਕਰਾਂਗੇ, ਆਪਦੇ ਲੈ ਕੇ ਜਾਓ। ਕਈ ਵਾਰ ਕਹਿ ਦਿੰਦੇ ਜੀ, ਮੈਂ ਤੁਹਾਨੂੰ ਦੱਸਾਂ, ਉਹ ਕਹਿੰਦੇ ਵੀ ਸੀਮਨ ਅਸੀਂ ਇੰਪੋਰਟ ਕਰਦੇ ਹਾਂ, ਫਾਰਮਰ ਬਣਦੇ ਹਾਂ, ਵੀ ਪ੍ਰਧਾਨ ਤਾਂ ਨਾ PDF 'ਚ ਪਤਾ ਨਹੀਂ ਕਿੰਨੇ ਕੁ ਪੈਸੇ ਖਾਈ ਜਾਂਦਾ ਜੀ। ਮੈਂ ਯਕੀਨ ਮੰਨਿਓ, ਮੇਰੀ ਕਮੇਟੀ ਬੈਠੀ ਹੈ, 30 ਮੈਂਬਰੀ ਕਮੇਟੀ ਹੈ ਜੀ, ਮੈਨੂੰ ਕੋਈ ਪਤਾ ਨਹੀਂ ਪੈਸਾ ਕਿੰਨਾ ਆਇਆ ਗਿਆ। ਉਹ ਪਤਾ ਹੁੰਦਾ ਇਹ ਪ੍ਰਧਾਨ ਸਾਡੇ ਜਿਹੜੇ ਟੀਮ ਆ ਜੀ, ਫਾਈਨਾਂਸ ਦੀ ਟੀਮ ਆ ਅੱਡ ਹੁੰਦੀ ਆ, ਆਹ ਟੈਂਟ ਵਾਲੀ ਟੀਮ ਆ ਇਹ ਅੱਡ ਆ, ਉਹਨਾਂ ਨੇ ਟੈਂਡਰ ਲੈਣੇ ਆ, ਠੀਕ ਹੈ ਜੀ। ਸਾਡੀ ਹਰ ਚੀਜ਼ ਦੀ ਉਹਨਾਂ ਨੇ ਮੇਰੇ ਤੋਂ ਨਹੀਂ ਪੁੱਛਣਾ ਕੀ ਆ, ਉਹਨਾਂ ਜੋ ਡਨ ਕਰਤਾ। ਅਸੀਂ ਪਰ ਇਹ ਆ ਵੀ ਸਾਡੇ ਜੋ ਜੇ ਕਿਸੇ ਨੇ ਬੇਈਮਾਨੀ ਕਰਤੀ ਉਹਨੂੰ ਗੁਰੂ ਘਰ ਜਾਣਾ ਪਊ। ਫਿਰ ਸਾਡੀ ਗੱਲ ਸੁਣੀ ਗਈ, ਉੱਥੇ ਉਹਦੇ 'ਤੇ ਫੈਸਲਾ ਹੋਇਆ। ਗੱਲ ਕੀ ਪ੍ਰੈਸ਼ਰ ਗਰੁੱਪ ਆ, ਤਾਕਤ ਆ, ਇੱਕ ਆ ਵਾਹਿਗੁਰੂ ਦੀ ਕਿਰਪਾ ਨਾਲ। ਪਰ ਜਿੱਦਣ ਸਾਡੇ 'ਚ ਕੋਈ ਬੇਈਮਾਨ ਪੈਦਾ ਹੋ ਗਿਆ ਉਦੋਂ ਅਸੀਂ ਵੀ ਰਹਿਣਾ ਨਹੀਂ। ਹੁਣ ਅੱਜ ਅਸੀਂ ਆਪਦੀ ਜ਼ਮੀਨ ਲੈ ਲਈ, ਆਪਦਾ ਅਸੀਂ ਕੰਪਲੈਕਸ ਬਣਾਉਣ ਲੱਗੇ ਹਾਂ, ਠੀਕ ਹੈ ਜੀ, ਮੁੱਲਾਪੁਰ ਉਰੇ, ਕਿਤੇ ਅਸੀਂ ਯੂਨੀਵਰਸਿਟੀ ਦੇ ਦਰਮਦਾਰ, ਤੇ ਆਹ ਤਾਂ ਬਹੁਤ ਵੱਡਾ ਜੀ, ਇਦੋਂ 10 ਗੁਣਾ ਘੱਟ ਕਮਰੇ 'ਚ ਸਾਡਾ ਦਫ਼ਤਰ ਹੁੰਦਾ ਹੈਗਾ ਜੀ। ਅਸੀਂ ਇਹੀ ਉਮੀਦ ਕਰਦੇ ਹਾਂ ਕਿ ਆਰਗੇਨਾਈਜੇਸ਼ਨ ਹੋਰ ਵਧੇ ਫੁੱਲੇ ਔਰ ਅਗਲੇ ਸਾਲ ਫਿਰ ਹੋਰ ਬਿਹਤਰ ਹੋ ਕੇ ਆਈਏ। ਬਹੁਤ ਧੰਨਵਾਦ ਤੁਹਾਡਾ। ਮੈਂ ਤੁਹਾਨੂੰ ਇੱਕ ਜ਼ਰੂਰ ਬੇਨਤੀ ਕਰੂੰ ਮੱਕੜ ਸਾਹਿਬ, ਜਿੰਨੇ ਤੁਸੀਂ ਪ੍ਰਫੁੱਲਤ ਹੋ ਰਹੇ ਚੈਨਲ, ਠੀਕ ਹੈ ਜੀ, ਤੁਹਾਡਾ ਵੀ ਇੱਕ ਫਰਜ਼ ਬਣਦਾ ਵੀ ਆਪਾਂ ਹੁਣ ਜਿੰਨਾ ਤੁਸੀਂ ਅੰਦੋਲਨ 'ਚ ਹੀ ਰਹੇ ਆ, ਮੈਂ ਦੇਖਿਆ ਤੁਸੀਂ ਸਾਰਾ ਅੰਦੋਲਨ ਜੀ ਜਾਣਾ, ਤੁਹਾਡੇ ਪਰਚੇ ਵੀ ਬਹੁਤ ਹੋਇਆ, ਠੀਕ ਹੈ ਜੀ। ਮੈਂ ਅੱਜ ਗੱਲ ਕਰ ਰਿਹਾ, ਮੇਰੇ ਖਿਆਲ ਨਾਲ ਇਹ ਵੀ ਵੱਡੀ ਗੱਲ ਆ ਵੀ ਕਿਸੇ ਪੱਤਰਕਾਰ ਤੇ 8-10 ਪਰਚੇ ਹੋ ਗਏ ਹੋਣਾ ਹੈ ਜੀ। ਮੈਂ ਉਮੀਦ ਇਹ ਕਰੂੰਗਾ ਤੁਹਾਡੇ ਕੋਲੋਂ ਵੀ ਡੈਰੀ, ਅਸੀਂ ਦੇਖੋ ਆਹ ਸ਼ੋਅ ਕੀਤਾ ਸਾਲ 'ਚ ਇੱਕ ਵਾਰ, ਸੈਮੀਨਾਰ ਹੀ ਕਰਦੇ ਹਾਂ ਕਿ ਫਿਰ ਕਿਸਾਨਾਂ ਨੂੰ ਨਹੀਂ ਪਤਾ ਲੱਗਦਾ, ਸਾਡੇ ਹੀ ਮੈਂਬਰ ਆਉਂਦੇ ਆ, ਇੱਥੇ ਆਮ ਕਿਸਾਨ ਵੀ ਆਉਂਦੇ ਆ, ਪਰ ਜਿਹੜਾ ਤੁਹਾਡਾ ਮਾਧਿਅਮ ਆ ਇਹ ਬਹੁਤ ਲੋਕਾਂ ਤੱਕ ਜਾਂਦਾ, ਠੀਕ ਹੈ ਜੀ। ਇਹ ਕੋਈ ਇਹੋ ਜਿਹੀ ਚੀਜ਼ ਬਣਾਓ ਵੀ ਆਪਾਂ ਫਾਰਮਰਾਂ ਦੀ ਸਕਸੈਸ ਸਟੋਰੀਆਂ, ਕਿਵੇਂ ਡੈਰੀ ਨੂੰ ਪ੍ਰਮੋਟ ਕੀਤਾ ਜਾ ਸਕਦਾ, ਕਿਵੇਂ 5000 ਗਾਈਆਂ ਵਾਲੇ ਦੀ ਆਪਾਂ ਕਿਤੇ ਜਾ ਕੇ ਬਣਾਈ ਆ ਵੀ ਤੂੰ ਆਹ ਕੰਮ ਕਰ ਵੀ ਐਂ ਕਰੇਗਾ, ਤੁਹਾਡੇ ਮਾਧਿਅਮ ਰਾਹੀਂ ਦੱਸੀਏ, ਠੀਕ ਹੈ ਜੀ। ਅਤੇ ਤੁਸੀਂ ਦੇਖੋ ਜੇ ਕਿਸਾਨੀ ਨੂੰ ਬਚਾਉਣਾ, ਪੰਜਾਬ ਕਿਸਾਨੀ ਆਧਾਰਿਤ ਸੂਬਾ, ਜੇ ਫਸਲ ਚੰਗੀ ਹੁੰਦੀ ਹੈ ਤਾਂ ਸ਼ਹਿਰ ਦੀ ਦੁਕਾਨਾਂ 'ਤੇ ਰੌਣਕ ਆਉਂਦੀ ਹੈ, ਦੁਕਾਨਾਂ ਤੋਂ ਵੱਡੀਆਂ ਇੰਡਸਟਰੀਆਂ 'ਤੇ ਆਉਂਦੀ ਹੈ, ਠੀਕ ਹੈ ਜੀ। ਆਪਾਂ ਕਿਉਂ ਆਪਣਾ ਹੈ ਹੀ ਕਿਸਾਨੀ 'ਤੇ ਆਧਾਰਿਤ ਆਪਣਾ ਸੂਬਾ, ਆਪਾਂ ਨੂੰ ਇਹਨੂੰ ਬਚਾਉਣਾ ਪਊਗਾ ਨਾ। ਇਹਦੇ ਲਈ ਮੈਂ ਉਮੀਦ ਕਰਦਾ ਅਤੇ ਮੱਕੜ ਸਾਹਿਬ ਇਹਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਉਣਗੇ। ਅਸੀਂ ਖੜੇ ਹਾਂ ਔਰ ਤੁਹਾਡਾ ਬਹੁਤ ਧੰਨਵਾਦ, ਔਰ ਉਮੀਦ ਇਹੀ ਹੈ ਕਿ ਰਲ ਕੇ ਅੱਗੇ ਵਧੀਏ। PDFA ਸਰਕਾਰਾਂ ਵੀ ਯੋਗਦਾਨ ਦੇਣ ਔਰ ਮੀਡੀਆ ਦਾ ਵੀ ਫਰਜ਼ ਬਣਦਾ ਹੈ ਕਿ ਕਿਸਾਨਾਂ ਵਾਸਤੇ, ਕਿਸਾਨਾਂ ਲਈ ਖੜੀਏ। ਅੱਜ ਉਹ ਸਮਾਂ ਹੈ ਕਿ ਅਸੀਂ ਆਪਣੇ ਕਿਸਾਨ ਨੂੰ ਉੱਚਾ ਕਰੀਏ, ਹੋ ਰਹੇ ਸਾਡਾ ਫਰਜ਼ ਬਣਦਾ ਹੈ। ਕੈਮਰਾ ਪਰਸਨ ਸਤਵੰਤ ਸਿੰਘ ਮਠਾੜੂ ਦੇ ਨਾਲ ਸਿਮਰਨਜੋਤ ਸਿੰਘ ਮੱਕੜ, ਔਨ ਏਅਰ, ਜਗਰਾਉਂ।